ਪੰਜਾਬ ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਸਮਾਪਤ ਹੋ ਚੁੱਕੀਆਂ, ਨਵੀਂ ਸਰਕਾਰ ਬਣ ਚੁੱਕੀ ਹੈ ਤੇ ਸੰਗਰੂਰ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਦਸੰਬਰ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੀ ਤਿਆਰੀ ਹੈ। ਇਸੇ ਸੰਦਰਭ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪਿਛਲੇ ਦਿਨੀ ਪੰਜਾਬ ਦੇ ਦੌਰੇ ਤੇ ਨੇ। ਦੁਸ਼ਯੰਤ ਗੌਤਮ ਰਾਜ ਸਭਾ ਮੈਂਬਰ ਵੀ ਪੰਜਾਬ ਆਏ ਸਨ ਔਰ ਉਸ ਤੋਂ ਬਾਅਦ ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਜੀਵਨ ਗੁਪਤਾ ਅੰਮ੍ਰਿਤਸਰ, ਜਲੰਧਰ ਔਰ ਲੁਧਿਆਣਾ ਜਿੰਨੀਆਂ ਵੀ ਨਗਰ ਨਿਗਮ ਚੋਣਾਂ ਉਹਨਾਂ ਦੀ ਤਿਆਰੀ ਦੇ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਰਹੇ ਨੇ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਜੀਵਨ ਗੁਪਤਾ, ਬੀਜੇਪੀ ਦੇ ਇੰਚਾਰਜ। ਸੋ ਗੁਪਤਾ ਜੀ, ਥੈਂਕ ਯੂ ਤੁਹਾਡਾ, ਤੁਸੀਂ ਸਮਾਂ ਦਿੱਤਾ ਮੈਨੂੰ। ਅੱਜ ਅੰਮ੍ਰਿਤਸਰ ਫੇਰੀ ਤੇ ਆਏ ਹੋ। ਜਸਵਿੰਦਰ ਜੀ, ਤੁਹਾਨੂੰ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਅੱਜ ਕੱਲ੍ਹ ਸਰਗਰਮੀਆਂ ਕੀ ਚੱਲ ਰਹੀਆਂ ਜੀ? ਕਿਉਂਕਿ 2024 ਤਾਂ ਬੜੀ ਦੂਰ ਹੈ ਔਰ ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਸੰਗਰੂਰ ਜਿਮਨੀ ਚੋਣ ਅਤੇ ਦੂਜੇ ਪਾਸੇ ਦੁਸ਼ਯੰਤ ਗੌਤਮ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਸੀ ਅੰਮ੍ਰਿਤਸਰ ਹੀ। ਅਤੇ ਥੋੜ੍ਹੇ ਦਿਨ ਪਹਿਲਾਂ ਇਹ ਵੀ ਬਿਆਨ ਆਇਆ ਕਿ ਹੁਣ ਪੰਜਾਬ ਲੋਕ ਕਾਂਗਰਸ ਨਾਲ ਸਾਡਾ ਜਿਹੜਾ ਤੋੜ ਵਿਛੋੜਾ ਹੋ ਚੁੱਕਾ ਹੈ ਜਾਂ ਰਲੇਵਾਂ ਹੋਣ ਜਾ ਰਿਹਾ ਹੈ। ਕੀ ਅਪਡੇਟ ਹੈ? ਬੀਜੇਪੀ ਕਿੱਧਰ ਨੂੰ ਜਾ ਰਹੀ ਹੈ? ਦੇਖੋ, ਇਸ ਤਰ੍ਹਾਂ ਹੈ ਕਿ ਬੀਜੇਪੀ ਇੱਕ ਐਸਾ ਰਾਜਨੀਤਿਕ ਦਲ ਹੈ ਜਿਹੜਾ ਨਿਰੰਤਰ ਚੱਲਦਾ ਰਹਿੰਦਾ ਔਰ ਚੋਣ ਸਾਡੇ ਵਾਸਤੇ ਇੱਕ ਕਿਉਂਕਿ ਅਸੀਂ ਰਾਜਨੀਤਿਕ ਦਲ ਹੈ ਔਰ ਜਦੋਂ ਵੀ ਚੋਣ ਆਉਂਦੀ ਹੈ ਅਸੀਂ ਉਹਦੇ ਵਾਸਤੇ ਤਿਆਰੀ 'ਚ ਹਮੇਸ਼ਾ ਰਹਿੰਦੇ ਹਾਂ। ਔਰ ਇਹ ਤਿਆਰੀ ਅਸੀਂ ਕੋਈ ਇਹ ਨਹੀਂ ਕਿ ਅੱਜ ਚੋਣਾਂ ਆ ਗਈਆਂ ਅਤੇ ਅੱਜ ਅਸੀਂ ਤਿਆਰੀ ਸ਼ੁਰੂ ਕਰਤੀ। ਇਹ ਨਿਰੰਤਰ ਸਾਡੀ ਤਿਆਰੀ ਚੱਲਦੀ ਰਹਿੰਦੀ ਹੈ ਔਰ ਅਸੀਂ ਪਾਰਟੀ ਦਾ ਆਪਣਾ ਜਿਹੜਾ ਸੰਗਠਨਾਤਮਕ ਢਾਂਚਾ ਹੈ ਉਹਨੂੰ ਚੁਸਤ ਦਰੁਸਤ ਕਰਦੇ ਰਹਿੰਦੇ ਹਾਂ। ਉਹਦੇ ਵਿੱਚ ਕੋਈ ਬਦਲਾਓ ਨਿਰੰਤਰ ਸਾਡੇ ਇੱਕ ਸਿਸਟਮ ਹੈ, ਸੰਵਿਧਾਨਿਕ ਬਦਲਾਓ ਨੇ, ਉਹ ਹੁੰਦੇ ਰਹਿੰਦੇ ਨੇ। ਔਰ ਜਿੱਥੋਂ ਤੱਕ ਤੁਸੀਂ ਪੁੱਛਿਆ ਹੈ ਕਿ PLC ਨਾਲ ਤੋੜ ਵਿਛੋੜਾ, ਐਸਾ ਕੋਈ ਤੋੜ ਵਿਛੋੜਾ ਨਹੀਂ। ਜਿਹੜਾ ਮਾਨਯੋਗ ਦੁਸ਼ਯੰਤ ਗੌਤਮ ਜੀ ਨੇ ਵੀ ਕਿਹਾ ਸੀਗਾ ਕਿ ਅਸੀਂ ਸਾਰੇ ਪਾਸੇ ਆਪਣੀ ਪੂਰਨ ਤਿਆਰੀ ਕਰ ਰਹੇ ਹਾਂ। ਬਾਕੀ ਸਮੇਂ ਆਉਣ ਦੇ ਉੱਪਰ ਕਿਸ ਤਰ੍ਹਾਂ ਅਸੀਂ ਚੋਣ ਲੜਨੀ ਹੈ ਉਹ ਸਮੇਂ ਦੇ ਹਿਸਾਬ ਨਾਲ ਤੈਅ ਕਰਾਂਗੇ ਔਰ ਸਾਡੀ ਕੇਂਦਰ ਦੀ ਲੀਡਰਸ਼ਿਪ ਆ ਉਹ ਤੈਅ ਕਰਦੀ ਹੈ। ਉਹ ਕਰਨਗੇ ਜੋ ਕਰਨਗੇ, ਅਸੀਂ ਉਹਦੇ ਹਿਸਾਬ ਨਾਲ ਕੰਮ ਕਰਨਾ ਹੈ ਜੀ ਜੀ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ 2 ਸੀਟਾਂ ਬੀਜੇਪੀ ਨੂੰ ਆਈਆਂ ਅਤੇ ਤੁਹਾਡੀ ਭਾਈਵਾਲ ਪਾਰਟੀ ਨੂੰ 3 ਸੀਟਾਂ ਆਈਆਂ, ਲੇਕਿਨ ਫਤਵਾ ਵੱਡਾ ਆਮ ਆਦਮੀ ਪਾਰਟੀ ਕੋਲ ਗਿਆ ਹੈ। ਅਤੇ ਹੁਣ ਦਿੱਲੀ ਦੀ ਤਰਜ਼ ਦੇ ਉੱਤੇ, ਜਿੱਦਾਂ ਦਿੱਲੀ ਮੁੱਖ ਮੰਤਰੀ ਦੇ ਉੱਪਰ LG ਬਿਠਾ ਦਿੱਤਾ ਗਿਆ ਅਤੇ ਪੰਜਾਬ ਦੇ ਮਾਣਯੋਗ ਰਾਜਪਾਲ ਜਿਹੜੇ ਬਨਵਾਰੀ ਲਾਲ ਪੁਰੋਹਿਤ ਜੀ 6 ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਕੇ ਗਏ ਨੇ ਔਰ ਪਹਿਲੇ ਰਾਜਪਾਲ ਹੋਣਗੇ ਮੇਰੇ ਖਿਆਲ ਪੰਜਾਬ ਦੇ ਵਿੱਚ। ਤੁਸੀਂ ਵੀ ਮੇਰੀ ਗੱਲ ਪ੍ਰੋੜਤਾ ਕਰੋਗੇ ਕਿ ਜਿਹੜੇ ਇੰਨੀ ਸਰਗਰਮੀ ਨਾਲ ਪੰਜਾਬ 'ਚ ਵਿਚਰ ਰਹੇ ਨੇ ਅਤੇ ਚਰਚਾਵਾਂ ਇਹ ਚੱਲ ਰਹੀਆਂ ਕਿ ਬੀਜੇਪੀ ਰਾਜਪਾਲ ਸਾਹਿਬ ਦੇ ਰਾਹੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੀ ਜਿਹੜੀ ਹੈ ਚੀਰਫਾੜ ਕਰਨ ਜਾ ਰਹੀ ਹੈ। ਕਿੰਨੀਆਂ ਕੁ ਸੱਚਾਈ ਹੈ ਇਸ ਗੱਲ 'ਚ? ਨਹੀਂ ਤਾਂ ਐਵੇਂ ਜਿਹੜੀ ਇਹ ਮੌਜੂਦਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਇਹ ਕੇਵਲ ਭਰਮ ਪੈਦਾ ਕਰਕੇ ਆਪਣੀ ਰਾਜਨੀਤੀ ਕਰਦੀ ਹੈ। ਔਰ ਜਿੱਥੋਂ ਤੱਕ ਗਵਰਨਰ ਸਾਹਿਬ ਦਾ ਸਵਾਲ ਹੈ, ਗਵਰਨਰ ਪਹਿਲਾਂ ਵੀ ਪੰਜਾਬ ਦੇ ਕਿਤੇ ਦੌਰੇ, ਜਾਂ ਤਾਂ ਕਿਸੇ ਕੌਨਸਟੀਟਿਊਸ਼ਨ 'ਚ ਲਿਖਿਆ ਸੰਵਿਧਾਨ 'ਚ ਕਿ ਗਵਰਨਰ ਕਿਤੇ ਜਾ ਨਹੀਂ ਸਕਦਾ, ਕਿ ਗਵਰਨਰ ਕੇਵਲ ਰਾਜ ਭਵਨ 'ਚ ਬੈਠ ਕੇ ਸਿਰਫ ਫਾਈਲਾਂ ਸਾਈਨ ਕਰਨ ਵਾਲਾ ਇੱਕ ਵਿਅਕਤੀ ਹੈ। ਗਵਰਨਰ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ। ਠੀਕ ਹੈ, ਉਹਦੀਆਂ ਸੀਮਾਵਾਂ ਨੇ, ਪਰ ਪੰਜਾਬ ਜਾਂ ਆਪਣੇ ਸੂਬੇ ਦਾ ਜੋ ਵੀ ਗਵਰਨਰ ਹੈ ਉੱਥੇ ਜਾ ਨਹੀਂ ਸਕਦਾ। ਇਹ ਤਾਂ ਕਿਤੇ ਵੀ ਸੰਵਿਧਾਨ 'ਚ ਨਹੀਂ ਲਿਖਿਆ। ਸੋ ਜਿੱਥੋਂ ਤੱਕ ਮੌਜੂਦਾ ਗਵਰਨਰ ਸਾਹਿਬ ਦਾ ਸਵਾਲ ਹੈ, ਉਹ ਜੇ ਗਏ ਨੇ ਤੇ ਮੈਂ ਸਮਝਦਾ ਅੱਛੀ ਗੱਲ ਹੈ ਔਰ ਇਹ 'ਚ ਕੋਈ ਮਾੜੀ ਗੱਲ ਨਹੀਂ। ਉਹਨਾਂ ਨੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ ਔਰ ਕਈ ਚੀਜ਼ਾਂ ਉਹਨਾਂ ਦੇ ਧਿਆਨ ਨਾਲ ਰਹਿਣਗੀਆਂ ਕਿ ਉਹ ਸੂਬਾ ਸਰਕਾਰ ਨਾਲ ਮਿਲ ਕੇ ਕਿਸ ਢੰਗ ਨਾਲ, ਕਿਉਂਕਿ ਜਿਹੜੇ ਸਰਹੱਦੀ ਇਲਾਕੇ ਨੇ ਨਾ ਉਹਦੇ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਹੁੰਦੀ ਹੈ। ਜੀ ਬਿਲਕੁਲ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਸਰਹੱਦ ਪਾਰ ਤੋਂ ਹੈਗੀਆਂ ਨੇ, ਖੇਤੀ ਦੀਆਂ ਮੁਸ਼ਕਲਾਂ ਹੈਗੀਆਂ ਨੇ। ਔਰ ਜਿਹੜਾ ਉਹਨਾਂ ਨੇ ਇੱਕ ਐਕਸ਼ਨ ਬੜਾ ਸੋਹਣਾ ਲਿਆ ਕਿ ਅਕਸਰ ਹੁੰਦਾ ਸੀਗਾ ਕਿ ਸਰਹੱਦ ਪਾਰ ਤੋਂ ਜਿਹੜੀ ਜ਼ਮੀਨ ਸੀ ਕਿਸਾਨਾਂ ਦੀ, ਉਹਨਾਂ ਨੂੰ 9 ਵਜੇ BSF ਐਂਟਰੀ ਦਿੰਦੀ ਸੀ ਤੇ ਗਵਰਨਰ ਸਾਹਿਬ ਦੇ ਦੌਰੇ ਨਾਲ ਫਰਕ ਇਹ ਪਿਆ ਕਿ ਉਹ 7 ਵਜੇ ਐਂਟਰੀ ਹੋਣ ਲੱਗ ਪਈ। ਉਹੀ ਮੈਂ ਗੱਲ ਕਹਿ ਰਿਹਾ ਕਿ ਪੰਜਾਬ ਸਰਕਾਰ ਦਾ ਇਹਨਾਂ ਚੀਜ਼ਾਂ ਵੱਲ ਕਦੇ ਵੀ ਧਿਆਨ ਨਹੀਂ ਗਿਆ। ਇਹ ਛੋਟੀਆਂ ਮੁਸ਼ਕਲਾਂ ਜਿਹੜੀਆਂ ਸਰਹੱਦੀ ਇਲਾਕੇ ਦੇ ਅੰਦਰ ਸਾਡੇ ਕਿਸਾਨ ਵੀਰ ਨੇ ਜਾਂ ਹੋਰ ਲੋਕ ਰਹਿ ਰਹੇ ਨੇ, ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਜ਼ਰੂਰਤ ਹੈ। ਤੇ ਉਹ ਉਹਨਾਂ ਨੇ ਜੇ ਸੁਣੀਆਂ ਤੇ ਉਹਦੇ ਕੁਝ ਅੱਛਾ ਹੀ ਹੋਇਆ ਹੈਗਾ, ਉਹ 'ਚ ਪੰਜਾਬ ਦਾ ਕੁਝ ਭਲਾ ਹੀ ਹੋਇਆ ਹੈਗਾ। ਇਸ ਕਰਕੇ ਇਹਨਾਂ ਮੁੱਦਿਆਂ ਨੂੰ ਕਿ ਜੀ ਬੀਜੇਪੀ ਕੋਈ ਸਿੱਧਾ ਇੰਟਰਫੇਰੈਂਸ ਕਰ ਰਹੀ ਹੈ, ਇਹ ਬੇਈਮਾਨੀ ਗੱਲਾਂ ਨੇ। ਇਹ ਕੇਵਲ ਲੋਕਾਂ 'ਚ ਭਰਮ ਪੈਦਾ ਕਰ ਰਹੇ ਨੇ। ਬਲਕਿ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਿਆ, ਜਦੋਂ ਸਰਕਾਰ ਬਣਨ ਤੋਂ ਬਾਅਦ ਪਹਿਲਾ ਮੌਕਾ ਮਿਲਿਆ ਸੀ ਉਹਨਾਂ ਨੂੰ ਕਿ ਉਹ ਉਹਨਾਂ ਦੀ ਭੂਮਿਕਾ ਜੇ ਕੋਈ ਨੋਮੀਨੇਸ਼ਨ ਕਰਨ ਦੀ ਆਉਂਦੀ ਹੈ ਤੇ ਕੀ ਹੁੰਦੀ ਹੈ, ਤੇ ਉਹਨਾਂ ਨੇ ਉਹਦੇ ਵਿੱਚੋਂ ਮਤਲਬ ਉਹਨਾਂ ਨੂੰ 100 'ਚ 0 ਨੰਬਰ ਹੈ ਕਿ 5 ਰਾਜ ਸਭਾ ਦੇ ਮੈਂਬਰ ਬਣਾਉਣੇ ਸੀ।
ਉਹਨਾਂ ਨੇ ਕੋਈ ਵੀ ਪੰਜਾਬੀ ਨਹੀਂ ਬਣਾਇਆ। ਮੈਂ ਇੱਥੋਂ ਤੱਕ ਕਹੂੰਗਾ ਠੀਕ ਹੈ, ਜੇ ਕੋਈ ਹੈ ਵੀ ਹੈ ਤਾਂ ਉਹਨਾਂ ਦਾ ਪੰਜਾਬ ਨਾਲ ਕਿੰਨਾ ਕੁ ਸੰਬੰਧ ਆ, ਉਹ ਤਾਂ ਬਾਹਰ ਦੇ ਰਹਿਣ ਵਾਲੇ ਲੋਕ ਨੇ। ਹਰਭਜਨ ਸਿੰਘ ਨੂੰ ਤੁਸੀਂ ਪੰਜਾਬੀ ਨਹੀਂ ਗਿਣਦੇ? ਨਹੀਂ, ਮੈਂ ਪੰਜਾਬੀ ਗਿਣਦਾ, ਪਰ ਕਿੰਨਾ ਕੁ ਜਲੰਧਰ ਰਹਿੰਦੇ ਨੇ। ਪਾਠਕ ਸਾਹਿਬ ਵੀ ਕਹਿੰਦੇ ਪੰਜਾਬ ਦੇ ਨੇ। ਨਹੀਂ, ਦੀਪਕ ਆਪਣੇ ਲਵਲੀ ਵਾਲੇ ਜਿਹੜੇ ਉਹਨਾਂ ਦੀ ਕੰਟਰੀਬਿਊਸ਼ਨ ਕੀ ਹੈ? ਚੰਗਾ ਹੁੰਦਾ ਜੇ ਸੰਤ ਸਿੰਚੇਵਾਲ ਵਰਗੇ ਜਾਂ ਕੋਈ ਐਸੀ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਪੰਜਾਬ ਨੂੰ ਦਿੱਤਾ ਹੈ, ਕੁਝ ਪੰਜਾਬ ਨੂੰ ਦੇਣ ਆ ਜਿਨ੍ਹਾਂ ਦੀ, ਜੇ ਉਦਾਂ ਦੇ ਬੰਦਿਆਂ ਨੂੰ ਬਣਾਉਂਦੇ ਹੋ ਤੇ ਜਾਂ ਆਪਣੀ ਪੰਜਾਬੀ ਲੀਡਰਸ਼ਿਪ ਚੋਂ ਕਿਸੇ ਨੂੰ ਬਣਾਉਂਦੇ ਤੇ ਕੀ ਮਾੜੀ ਗੱਲ ਸੀ। ਪੰਜਾਬੀ ਲੀਡਰਸ਼ਿਪ ਕਿਆ ਆਮ ਆਦਮੀ ਪਾਰਟੀ ਕੋਲ ਹੈ ਨਹੀਂ, ਉਹ ਚ ਬਣਾਉਂਦੇ ਨਾ। ਸੋ ਉਹਨਾਂ ਨੂੰ ਪਹਿਲਾ ਮੌਕਾ ਮਿਲਿਆ ਸੀ, ਉਹ ਪਹਿਲੇ ਮੌਕੇ 'ਚ ਫੇਲ ਹੋ ਗਏ। ਉਹਨਾਂ ਨੇ ਤਾਂ ਪੰਜਾਬ ਨਾਲ ਘਾਣ ਕਰਤਾ ਤੇ 5 ਦੇ 5 ਰਾਜ ਸਭਾ ਮੈਂਬਰ ਉਹਨਾਂ ਨੇ, ਮੈਂ ਸਮਝਦਾ ਕਿ ਉਹ ਬਾਹਰੋਂ ਹੀ ਬਣਾਤੇ ਆ ਸਾਰੇ। ਔਰ ਇਹ ਇੱਕ ਮਿਸਾਲ ਹੈ, ਉਹ ਐਵੇਂ ਇੱਕ ਲਕੀਰ ਪਿੱਟੀ ਜਾਂਦੇ ਨੇ। ਉਹ ਤੋਂ ਬਾਅਦ ਉਹਨਾਂ ਦੇ ਸਰਕਾਰ ਦੇ ਬਿਊਰੋਕਰੇਟ ਜਾ ਕੇ ਕੇਜਰੀਵਾਲ ਸਾਹਿਬ ਨਾਲ ਮੀਟਿੰਗਾਂ ਕਰਨ ਲੱਗ ਗਏ। ਹੁਣ ਉਸ ਤੋਂ ਬਾਅਦ ਨੌਲੇਜ ਸ਼ੇਅਰਿੰਗ ਦੇ ਨਾਮ ਤੇ ਇੱਕ ਸਮਝੌਤਾ ਸਾਈਨ ਹੋ ਗਿਆ। ਬਈ ਨੌਲੇਜ ਸ਼ੇਅਰਿੰਗ, ਜੇ ਕਿਸੇ ਚੀਜ਼ ਦੀ ਨੌਲੇਜ ਦੀ ਜ਼ਰੂਰਤ ਹੈ, ਨਵੀਂ ਸਰਕਾਰ ਬਣੀ ਹੈ, ਠੀਕ ਹੈ, 9 ਸਖੀ ਐਮਐਲਏ ਨੇ, 9 ਸਖੀ ਸਰਕਾਰ ਚਲਾਉਣ ਵਾਲੇ ਨੇ, ਤੇ ਉਹਨਾਂ ਨੂੰ ਜੇ ਜ਼ਰੂਰਤ ਹੈ ਤੇ ਉਹ ਦੂਜੀਆਂ ਸੂਬਿਆਂ ਦੇ ਅੰਦਰ ਜਾ ਕੇ ਡੈਪੂਟੇਸ਼ਨ ਭੇਜਣ, ਆਪਣੇ ਐਮਐਲਏਜ਼ ਦਾ ਭੇਜਣ, ਆਪਣੇ ਮਿਨਿਸਟਰਸ ਦਾ ਭੇਜਣ, ਉੱਥੇ ਜਾ ਕੇ ਦੇਖ ਕੇ ਆਣ ਤੇ ਉਹਨੂੰ ਇੱਥੇ ਆ ਕੇ ਕਰ ਲੈਣ। ਵਾਈ ਕੇਵਲ ਦਿੱਲੀ ਔਰ ਕੇਜਰੀਵਾਲ ਔਰ ਉਹਦੇ ਅਧੀਨ ਬੈਠ ਕੇ ਕਰਨ? ਇਹਦਾ ਕਾਰਨ ਕੀ ਤੁਸੀਂ ਸਮਝਦੇ ਹੋ? ਦੇਖੋ, ਮੈਂ ਸਮਝਦਾ ਹੈ ਕਿ ਕੇਜਰੀਵਾਲ ਸਾਹਿਬ ਜਿਹੜਾ ਹੈ ਨਾ, ਉਹ ਪੰਜਾਬ ਨੂੰ ਦਿੱਲੀ ਆਪਣੇ ਕੰਟਰੋਲ 'ਚ ਰੱਖਣਾ ਚਾਹੁੰਦੇ ਨੇ, ਔਰ ਦਿੱਲੀ ਤੋਂ ਪੰਜਾਬ ਚਲਾਉਣਾ ਚਾਹੁੰਦੇ ਨੇ, ਔਰ ਹੋ ਵੀ ਇਹੀ ਰਿਹਾ। ਇੱਥੇ ਉਹਨਾਂ ਨੇ ਰਾਘਵ ਚੱਡੇ ਨੂੰ ਬਿਠਾਤਾ ਔਰ ਆਪ ਉਹ ਦਿੱਲੀ ਤੋਂ ਬੈਠ ਕੇ ਉਹਨੂੰ ਚਲਾ ਰਹੇ ਨੇ। ਔਰ ਮਾਨ ਸਾਹਿਬ ਸਾਨੂੰ ਤਾਂ ਅੱਜ ਤੱਕ ਦੀ ਜਿੰਨੀ ਕੁ ਉਹਨਾਂ ਦੀ ਭੂਮਿਕਾ ਸਰਕਾਰ ਬਣਨ ਤੋਂ ਬਾਅਦ ਰਹੀ ਹੈ, ਉਹ ਕੇਵਲ ਕਠਪੁਤਲੀ ਦੇ ਨਾਤੇ ਕੰਮ ਕਰ ਰਹੇ ਨੇ। ਚਾਹੇ ਉਹ ਰਾਜ ਸਭਾ 'ਚ ਮੈਂਬਰ ਭੇਜਣ ਦੀ ਗੱਲ ਹੋਵੇ, ਚਾਹੇ ਉਹ ਬਾਕੀ ਹੋਰ ਕੰਮ ਹੋ, ਉਹ ਕੇਵਲ ਉੱਥੇ ਦੇ ਹਿਸਾਬ ਨਾਲ ਕਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਸਹੁੰ ਚੁੱਕਦੇ ਨੇ, ਉਹ ਸਭ ਤੋਂ ਪਹਿਲਾਂ ਇੱਕ ਐਮਐਲਏ ਇੱਕ ਪੈਨਸ਼ਨ ਦੀ ਗੱਲ ਕਰਦੇ ਆ, ਫਿਰ ਉਸ ਤੋਂ ਬਾਅਦ ਸਿਕਿਉਰਿਟੀ ਦੀ ਗੱਲ ਕਰਦੇ ਆ। ਸਿਕਿਉਰਿਟੀ ਹੁਣ ਉਹਨਾਂ ਨੇ ਨਵਾਂ ਇੱਕ ਗੱਲ ਕੀਤੀ ਹੈ, ਉਹਨਾਂ ਨੇ ਆਖਿਆ ਕਿ ਅਸੀਂ ਨੌਕਰੀਆਂ ਕੱਢ ਰਹੇ ਹਾਂ। ਅੱਜ ਵੀ ਕਾਫੀ ਫੈਸਲੇ ਲਏ ਨੇ। ਇਸ ਤੋਂ ਇਲਾਵਾ ਉਹਨਾਂ ਨੇ ਆਖਿਆ ਕਿ ਪੰਜਾਬ ਜਿਹੜਾ ਹੈਗਾ ਕਰਜ਼ੇ ਥੱਲੇ ਕਿਉਂ ਚੜਿਆ, ਅਸੀਂ ਇਹਦੇ ਬਾਰੇ ਵੀ ਜਾਣਕਾਰੀ ਰੱਖ ਰਹੇ ਹਾਂ। ਤੇ ਜਿਹੜੇ ਸਾਬਕਾ ਮੰਤਰੀ ਪਹਿਲਾਂ ਰਹਿ ਗਏ ਨੇ ਮੰਤਰੀ ਜਾਂ ਕਾਂਗਰਸ ਦੇ, ਉਹਨਾਂ ਦੇ ਕੰਮਾਂ ਦੀ ਪੁਣ ਛਾਣ ਵੀ ਕਰਾਵਾਂਗੇ। ਵਿਧਾਨ ਸਭਾ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਹੋਈਆਂ ਉਹਦੀ ਵੀ ਜਾਂਚ ਕਰਾਉਣ ਦੀ ਗੱਲ ਕਹੀ ਹੈ। ਔਰ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਸਿੱਧ ਕਰ ਰਹੇ ਆ ਕਿ ਅਸੀਂ ਨੀਟ ਐਂਡ ਕਲੀਨ ਪਾਰਟੀਆਂ, ਤੇ ਜਿਹੜੀਆਂ ਪਹਿਲਾਂ ਸਰਕਾਰਾਂ ਆਈਆਂ ਸੀ ਉਹ ਸਾਰੀਆਂ ਗੜਬੜ ਕਰਦੀਆਂ ਰਹੀਆਂ। ਇਸ ਗੱਲ ਨੂੰ ਕਿਵੇਂ ਦੇਖਦੇ ਨੇ ਜੀਵਨ ਗੁਪਤਾ, ਬੀਜੇਪੀ ਦੇ ਜਨਰਲ ਸਕੱਤਰ? ਦੇਖੋ, ਇਸ ਤਰ੍ਹਾਂ ਹੈ ਕਿ ਜੇ ਕੋਈ ਘਪਲੇ ਹੋਏ ਨੇ, ਜੇ ਕੋਈ ਗਲਤ ਕੰਮ ਹੋਏ, ਉਹਦੀ ਜਾਂਚ ਕਰਨ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਕੋਈ ਮਾੜੀ ਗੱਲ ਨਹੀਂ ਹੈਗੀ, ਜਾਂਚ ਕਰਨੀ ਚਾਹੀਦੀ ਹੈ। ਪਰ ਜਿੱਦਾਂ ਦੇ ਉਹ ਕੰਮ ਕਰ ਰਹੇ ਨੇ, ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਨਾ ਤਾਂ ਅੱਛਾ ਉਹਨਾਂ ਦਾ ਕੋਈ ਭਲਾ ਹੋਣ ਵਾਲਾ ਹੈ, ਨਾ ਉਹਨਾਂ ਦਾ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦਾ ਉਹ ਹੋਣ ਵਾਲਾ ਹੈਗਾ। ਇਹ ਕੇਵਲ ਇੱਕ ਰਾਜਨੀਤਿਕ ਸਟੰਟ ਹੈਗਾ। ਔਰ ਕੇਵਲ ਮੈਂ ਸਮਝਦਾ ਕਿ ਹਾਂ ਠੀਕ ਹੈ, ਜੇ ਕੋਈ ਕਿਤੇ ਘਪਲਾ ਹੋਇਆ, ਜਾਂਚ ਹੋਵੇ, ਅਸੀਂ ਤਾਂ ਸਵਾਗਤ ਕਰਦੇ ਹਾਂ, ਸਾਨੂੰ ਤਾਂ ਕੋਈ ਦਿੱਕਤ ਨਹੀਂ ਹੁੰਦੀ। ਪਰ ਇਹ ਕੇਵਲ ਮੈਂ ਸਮਝਦਾ ਕਿ ਲੋਕਾਂ ਦਾ, ਪੰਜਾਬੀਆਂ ਦਾ ਧਿਆਨ ਡਿਵਰਟ ਕੀਤਾ ਜਾ ਰਿਹਾ ਹੈ ਅਸਲੀ ਮੁੱਦਿਆਂ ਤੋਂ। ਕਿਉਂਕਿ ਜਿਨ੍ਹਾਂ ਮੁੱਦਿਆਂ ਨੂੰ ਲੈ ਕਰਕੇ ਪੰਜਾਬ 'ਚ ਸਰਕਾਰ ਬਣਾਈ ਹੈ, ਜਿਹੜੇ ਆਸ਼ਵਾਸਨ ਦੇ ਕਰਕੇ ਪੰਜਾਬੀਆਂ ਨੂੰ ਵੋਟ ਪਾਉਣ ਲਈ ਕਿਹਾ ਗਿਆ, ਔਰ ਉਸ ਵਿਸ਼ਵਾਸ ਦੇ ਉੱਪਰ ਪੰਜਾਬੀਆਂ ਨੇ ਵੋਟ ਪਾਇਆ, ਉਸ ਤੇ ਤਾਂ ਕੰਮ ਹੀ ਨਹੀਂ ਕਰ ਰਹੇ। ਹੁਣ ਕੇਵਲ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਪੈਨਸ਼ਨ ਦਾ, ਅਸੀਂ ਸਵਾਗਤ ਕਰਦੇ ਹਾਂ, ਅੱਛੀ ਗੱਲ ਹੈ, 1 ਪੈਨਸ਼ਨ ਹੋਣੀ ਚਾਹੀਦੀ ਹੈ। ਪਰ ਪੰਜਾਬ ਨੂੰ ਉਹਦੇ ਨਾਲ ਕਿੰਨਾ ਫਾਇਦਾ ਹੋਇਆ, ਇਹਦਾ ਵੀ ਚਾਨਣਾ ਪਾਉਣਾ, ਕਿੰਨਾ ਬਜਟ ਬਚਿਆ। ਹੁਣ ਤੁਸੀਂ ਦੇਖੋ, ਉਹ ਗੱਲ ਕਰ ਰਹੇ ਨੇ ਕਿ ਜੀ ਅਸੀਂ ਆਡਿਟ ਕਰਾਵਾਂਗੇ ਜਿਹੜਾ ਕਰਜ਼ਾ ਚੜਿਆ ਪੰਜਾਬ ਤੇ। ਪਰ ਬੜੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਖੁਦ 7000 ਕਰੋੜ ਦਾ ਕਰਜ਼ਾ ਲੈ ਲਿਆ 2 ਮਹੀਨੇ 'ਚ। ਜੇ ਉਹਨਾਂ ਨੂੰ ਇੰਨਾ ਪੰਜਾਬ ਦਾ ਹੋਇਆ ਤੇ ਘੱਟੋ ਘੱਟ ਉਹ, ਮੈਂ ਇੱਥੇ ਤੱਕ ਕਹਾਂਗਾ ਕਿ ਦੇਖੋ, ਪੰਜਾਬ 'ਚ ਕੁਝ ਅੱਛਾ ਕੰਮ ਕਰ ਰਹੇ ਆ ਉਹ, ਤੇ ਪੰਜਾਬ 'ਚ ਐਡ ਦੇਣਾ। ਪੰਜਾਬ ਦੀ ਐਡ ਗੁਜਰਾਤੀ 'ਚ, ਗੁਜਰਾਤ 'ਚ ਦੇਣ ਦੀ ਕੀ ਲੋੜ ਹੈ? ਪੰਜਾਬ ਦੀ ਐਡ ਪੂਰੇ ਦੇਸ਼ ਦੇ ਅੰਦਰ ਦੇਣ ਦੀ ਕੀ ਜ਼ਰੂਰਤ ਹੈ? ਉਹ ਪੰਜਾਬ ਦੇ ਵਿੱਚ ਐਡ ਦੇਣ, ਸਾਨੂੰ ਕੋਈ ਦਿੱਕਤ ਨਹੀਂ, ਅਸੀਂ ਖੁਸ਼ ਹਾਂ ਜੇ ਕੋਈ ਅੱਛਾ ਕੰਮ ਕੀਤਾ ਉਹਨਾਂ ਨੇ। ਵੈਸੇ ਤਾਂ ਕੁਝ ਕੀਤਾ ਨਹੀਂ ਹੈਗਾ। ਇੱਕ WhatsApp ਤੇ ਨੰਬਰ, ਉਹਨਾਂ ਨੇ WhatsApp ਨੰਬਰ ਦਿੱਤਾ ਹੈ ਕਿ ਜੀ ਇਹਦੇ ਤੇ ਤੁਸੀਂ ਕੰਪਲੇਂਟ ਪਾਓ, ਅਸੀਂ ਕਾਰਵਾਈ ਕਰਾਂਗੇ। ਕਦੇ ਆંકੜਾ ਦੱਸਿਆ ਕਿ ਕਿੰਨੀਆਂ ਕੰਪਲੇਂਟਸ ਆਈਆਂ ਔਰ ਕਿੰਨੀਆਂ ਦਾ ਹੱਲ ਹੋਇਆ? ਔਰ ਫਿਰ ਜਾ ਕੇ ਹਿਮਾਚਲ ਦੇ ਵਿੱਚ ਇਹਨਾਂ ਦਾ ਜਿਹੜਾ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਹੈ ਕੇਜਰੀਵਾਲ ਸਾਹਿਬ, ਰੌਲਾ ਪਾ ਰਹੇ ਨੇ ਕਿ ਜੀ ਅਸੀਂ ਪੰਜਾਬ ਕਰਪਸ਼ਨ ਫ੍ਰੀ ਕਰ ਦਿਆ। ਤੁਸੀਂ ਦੱਸੋ ਕਿੱਥੇ ਪੰਜਾਬ 'ਚ ਕਰਪਸ਼ਨ ਫ੍ਰੀ ਹੋ ਗਈ? ਸੋ ਝੂਠ ਬੋਲਣ ਦੀ ਮੈਂ ਸਮਝਦਾ ਇਹ ਇੱਕ ਸੀਮਾ ਤੋਂ ਵੀ ਉੱਪਰ ਵਾਲਾ ਮਾਮਲਾ ਹੈ ਕਿ ਤੁਸੀਂ ਇੱਥੇ ਕੁਝ ਕਰਦੇ ਹੋ। 25000 ਨੌਕਰੀਆਂ ਅਸੀਂ ਦੇ ਦਿੱਤੀਆਂ, ਇੱਕ ਬੰਦਾ ਵੀ ਖੜਾ ਹੋ ਕੇ ਪੰਜਾਬੀ ਕਹਿ ਦੇਵੇ ਕਿ ਨੌਕਰੀ ਮਿਲੀ ਹੈ।
ਨਹੀਂ, ਉਹ ਕਹਿੰਦੇ ਨੋਟੀਫਿਕੇਸ਼ਨ ਦੇ ਰਹੇ ਹਾਂ ਅਸੀਂ, ਬੜੀ ਜਲਦੀ ਕੱਢ ਰਹੇ ਹਾਂ। ਨੋਟੀਫਿਕੇਸ਼ਨ ਦੇਖੋ, ਕੁਝ ਚੀਜ਼ਾਂ ਜਿਹੜੀਆਂ ਹੈ ਉਹ ਜਿੰਨੀ ਦੇਰ ਅਸੀਂ ਉਹਨੂੰ ਕਰ ਨਹੀਂ ਦਿੱਤਾ ਉਨੀ ਦੇਰ ਸਾਨੂੰ ਅਧਿਕਾਰ ਨਹੀਂ ਹੈਗਾ ਉਹ ਕਹਿਣ ਦਾ ਜਾ ਕੇ। ਤੁਹਾਡੇ ਅਲਾਇੰਸ ਪਾਰਟਨਰ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਮੈਂ 6 ਮਹੀਨੇ ਦਾ ਟਾਈਮ ਦਿੰਦਾ, ਮੈਂ ਬੋਲਣਾ ਨਹੀਂ ਸੀ ਚਾਹੁੰਦਾ ਪਰ ਮੈਂ ਹੁਣ ਬੋਲ ਰਿਹਾ, ਬਹੁਤ ਸਾਰੀਆਂ ਗੱਲਾਂ ਹੋ ਰਹੀਆਂ। ਉਹ ਕਹਿ ਰਹੇ ਆ ਕਿ ਕਿਸਾਨ ਖੁਦਕੁਸ਼ੀ ਕਰ ਗਏ। ਇਸ ਤੋਂ ਇਲਾਵਾ ਕਰਜ਼ਾ, ਜਿੱਦਾਂ ਤੁਸੀਂ ਦੱਸਿਆ ਕਿ 7,500 ਕਰੋੜ ਕਰਜ਼ਾ। ਦਿੱਲੀ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਮੁੱਖ ਮੰਤਰੀ ਕੇਂਦਰ ਸਰਕਾਰ ਕੋਲ ਜਾਂਦੇ ਨੇ, ਤੁਹਾਡੀ ਬੀਜੇਪੀ ਸਰਕਾਰ ਹੈ, ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿੰਦੇ ਨੇ ਕਿ 50,000 ਕਰੋੜ ਦਾ ਲੋਨ ਦੇ ਦਿਓ, ਮੋੜ ਦਿਆਂਗੇ। ਤੁਹਾਨੂੰ ਕੀ ਇਤਰਾਜ਼ ਹੈ? ਦੇ ਦਿਓ ਪੰਜਾਬ ਨੂੰ, ਤੁਸੀਂ ਵੀ ਪੰਜਾਬ ਦਾ ਭਲਾ ਹੀ ਸੋਚਦੇ ਹੋ। ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ ਜੀ, ਬਿਲਕੁਲ ਕੋਈ ਇਤਰਾਜ਼ ਨਹੀਂ। ਅਸੀਂ ਪੰਜਾਬ ਵਾਸਤੇ ਆਪ ਨਾਲ ਚੱਲ ਕੇ, ਜੇ ਪੰਜਾਬ ਦੇ ਭਲੇ ਵਾਸਤੇ ਕੁਝ ਹੋਣ ਵਾਲਾ ਅਸੀਂ ਉਹ ਕਰਨ ਨੂੰ ਤਿਆਰ ਹੈ। ਪਰ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਉਹਨਾਂ ਨੇ ਕਮਿਟਮੈਂਟ ਕੀਤੀਆਂ ਸੀਗੀਆਂ, ਜਦੋਂ ਦਾ ਕਿਹਾ ਨਹੀਂ ਸੀ ਕਿ ਅਸੀਂ ਕੇਂਦਰ ਸਰਕਾਰ ਤੋਂ ਪੈਸਾ ਲਾ ਕੇ ਕਰਾਂਗੇ। ਕੇਂਦਰ ਸਰਕਾਰ ਅੱਜ ਵੀ ਪੰਜਾਬ ਦੇ ਵਿੱਚ ਬੜਾ ਅੱਛਾ ਕੰਮ ਕਰ ਰਹੀ ਹੈ। ਕਿੰਨੀਆਂ ਡਿਵੈਲਪਮੈਂਟ, ਤੁਸੀਂ ਇੱਕ ਗੱਲ ਦੇਖੋ ਕਿ ਪਿਛਲੇ 5 ਸਾਲ ਦਾ ਸਮਾਂ ਨਿਕਲ ਗਿਆ, 2 ਮਹੀਨੇ ਨਿਕਲ ਗਏ ਨਵੀਂ ਸਰਕਾਰ ਦੇ ਜੀ, ਔਰ ਇੰਨੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਜਿੰਨੇ ਮੇਨ ਹਾਈਵੇ ਬਣ ਰਹੇ ਨੇ ਸਾਰੇ ਕੇਂਦਰ ਸਰਕਾਰ ਦੇ ਪ੍ਰੋਜੈਕਟ ਨੇ। ਪੰਜਾਬ ਦੇ ਅੰਦਰ ਜੇ ਏਮਸ ਬਣਿਆ, ਪੰਜਾਬ ਦੇ ਅੰਦਰ PGI ਸੈਟੇਲਾਈਟ ਸੈਂਟਰ ਫਿਰੋਜ਼ਪੁਰ ਦੇ ਅੰਦਰ ਉਦਘਾਟਨ ਕਰਨ ਦੀ ਗੱਲ ਮੋਦੀ ਜੀ ਜਦੋਂ 5 ਜਨਵਰੀ ਵਾਲੀ ਰੈਲੀ 'ਚ ਕਰਨਾ ਸੀ, ਉਹਨਾਂ ਨੇ ਹੋ ਗਿਆ ਉਦਘਾਟਨ ਉਹਦਾ। ਔਰ ਹੋਰ ਵੀ ਜਿੰਨੇ ਕੋਈ ਨਵੇਂ ਅੱਛੇ ਪ੍ਰੋਜੈਕਟ ਹੈ ਪੰਜਾਬ ਦੇ ਭਲੇ ਵਾਸਤੇ, ਅਸੀਂ ਮੰਗਣ ਨੂੰ ਜਾਣ ਨੂੰ ਤਿਆਰ ਹੈ, ਅਸੀਂ ਮੰਗਣ ਨੂੰ ਤਿਆਰ ਹੈ, ਅਸੀਂ ਕਹਿਣ ਨੂੰ ਤਿਆਰ ਹੈ। ਪਰ ਪੈਸਾ ਨਗਦ ਤੁਸੀਂ ਲੈ ਕਰਕੇ ਕਹੋ ਕਿ ਹੁਣ ਅਸੀਂ ਜਿਹੜੇ ਕਮਿਟਮੈਂਟ ਕੀਤੀਆਂ ਸੀ ਉਹ ਪੂਰਾ ਕਰਾਂਗੇ, ਮੈਂ ਇਹ ਸਮਝਦਾ ਕਿ ਇਹ ਫਸਟ ਟਾਈਮ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਵੱਡਾ ਫੇਲਰ ਭਗਵੰਤ ਮਾਨ ਸਰਕਾਰ ਦਾ ਹੈਗਾ। ਔਰ ਇਹ ਤਾਂ ਮਤਲਬ ਟੋਟਲ ਗੁੰਮਰਾਹ ਕਰਨ ਵਾਲੀ ਗੱਲ ਹੈ ਪੰਜਾਬੀਆਂ ਨੂੰ। ਗੁਪਤਾ ਜੀ, ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਦਾ ਹਮੇਸ਼ਾ ਨਾਅਰਾ ਰਿਹਾ ਤੇ ਪੰਜਾਬ ਭਾਈਚਾਰਕ ਸਾਂਝ ਦਾ ਪ੍ਰਤੀਕ ਰਿਹਾ ਹੈ, ਚਾਹੇ 1984 ਹੋਵੇ, ਚਾਹੇ ਉਸ ਤੋਂ ਪਹਿਲਾਂ ਕਾਲਾ ਦੌਰ ਹੋਵੇ ਤੇ ਚਾਹੇ 47 ਹੋਵੇ। ਲੇਕਿਨ ਕੁਝ ਸਿਰਫਿਰੇ ਵਿਅਕਤੀ, ਜੋ ਪਟਿਆਲੇ ਦੇ ਵਿੱਚ ਘਟਨਾ ਵਾਪਰੀ, ਬਹੁਤ ਜ਼ਿਆਦਾ ਨਿੰਦਾ ਹੋਈ, ਰਾਜਨੀਤਿਕ ਪਾਰਟੀਆਂ ਨੇ ਵੀ ਆਪੋ ਆਪਣੇ ਜਿਹੜੇ ਪ੍ਰਤੀਕਰਮ ਦਿੱਤੇ ਹੈ। ਐਜ਼ ਏ ਸ਼ਹਿਰੀ ਸਿਟੀਜ਼ਨ, ਐਜ਼ ਏ ਪੰਜਾਬੀ, ਤੁਹਾਡੇ ਮਨ 'ਚ ਉਸ ਘਟਨਾ ਬਾਰੇ ਕੀ ਹੈ? ਦੇਖੋ ਜਸਵਿੰਦਰ ਜੀ, ਮੈਂ ਤੁਹਾਨੂੰ ਨਾ ਇੱਕ ਬੜੇ ਆਪਣੇ ਮਨ ਦੀ ਗੱਲ ਦੱਸਦਾ। ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਜੰਮਪਲ ਹੈ ਜੀ, ਔਰ ਮੈਂ ਹਿੰਦੂ ਹਾਂ। ਮੈਂ ਜਿੰਨਾ ਹੀ ਹਿੰਦੂ ਹੈ ਮੈਂ ਓਨਾ ਸਿੱਖ ਵੀ ਹਾਂ। ਠੀਕ ਹੈ, ਮੈਂ ਭੇਸ਼ ਭੂਸ਼ਾ 'ਚ ਮੈਂ ਅੰਮ੍ਰਿਤ ਨਹੀਂ ਛਕਿਆ, ਮੈਂ ਪਗੜੀ ਨਹੀਂ ਬੰਨ੍ਹਦਾ, ਮੈਂ ਕੇਸ ਨਹੀਂ ਰੱਖੇ ਜੀ, ਪਰ ਮੇਰੀ ਆਸਥਾ ਹੈ ਉਸ ਸਥਾਨ ਦੇ ਪ੍ਰਤੀ ਜੀ, ਸ਼੍ਰੀ ਫਤਿਹਗੜ੍ਹ ਸਾਹਿਬ, ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ। ਦੁਨੀਆ ਦਾ ਬਹੁਤ ਵਿਲੱਖਣ ਸਥਾਨ ਆ ਉਹ, ਵਿਲੱਖਣ ਸਥਾਨ ਆ, ਔਰ ਕੋਈ ਦੁਨੀਆ 'ਚ ਮਿਸਾਲ ਨਹੀਂ ਮਿਲਦੀ। ਔਰ ਮੈਂ ਤੁਹਾਨੂੰ ਇਹ ਵੀ ਨਹੀਂ ਕਹਿੰਦਾ, ਆ ਜਦੋਂ ਵੀਰਵਾਲ ਦਿਵਸ ਘੋਸ਼ਿਤ ਕੀਤਾ ਪ੍ਰਧਾਨ ਮੰਤਰੀ ਜੀ ਨੇ ਜੀ, ਮੈਂ ਪਿਛਲੇ 14 ਨਵੰਬਰ ਨੂੰ ਚਿੱਠੀ ਵੀ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਸੀ ਜੀ ਕਿ 14 ਨਵੰਬਰ ਜਿਹੜਾ ਦਿਨ ਹੈ ਉਹਨੂੰ ਵੀਰਵਾਲ ਦਿਵਸ ਤੇ ਉਹਨੂੰ ਕਿਉਂ ਨਹੀਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਮਨਾਇਆ ਜਾਣਾ ਚਾਹੀਦਾ। ਬਿਲਕੁਲ, ਮੈਂ ਨਹੀਂ ਕਹਿੰਦਾ ਕਿ ਮੇਰੀ ਚਿੱਠੀ ਨਾਲ ਹੋ ਗਿਆ, ਪਰ ਮੈਨੂੰ ਇਸ ਗੱਲ ਦਾ ਬੜਾ ਖੁਸ਼ੀ ਹੈ ਕਿ 2022 ਜਨਵਰੀ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਵੀਰਵਾਲ ਦਿਵਸ ਦੀ ਘੋਸ਼ਣਾ ਕੀਤੀ 26 ਦਸੰਬਰ ਨੂੰ। ਜੋ ਮਰਜ਼ੀ ਕੋਈ ਕਹੀ ਜਾਵੇ, ਮੈਂ ਇਹ ਸਮਝਦਾ ਕਿ ਪੰਜਾਬ 'ਚ ਹਿੰਦੂ ਔਰ ਸਿੱਖਾਂ ਦਾ ਜਿਹੜਾ ਰਿਸ਼ਤਾ ਹੈ ਜੀ, ਉਹ 'ਚ ਕੋਈ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰੀ ਜਾਵੇ, ਉਹ ਜ਼ਹਿਰ ਨਹੀਂ ਘੋਲ ਸਕਦੇ। ਔਰ ਭਾਰਤੀ ਜਨਤਾ ਪਾਰਟੀ ਬਾਰੇ ਮੈਂ ਇੰਨੀ ਗੱਲ ਕਹਿ ਸਕਦਾ ਕਿ ਬੜੀ ਇਸ ਗੱਲ ਦਾ ਉਹਨੇ ਪਹਿਰਾ ਦਿੱਤਾ, ਚਾਹੇ ਆਤੰਕਵਾਦ ਦਾ ਪੁਰਾਣਾ ਦੌਰ ਰਿਹਾ ਹੋਵੇ, ਔਰ ਚਾਹੇ ਪਿਛਲੇ ਦਿਨ ਜਿਹੜੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਚਾਹੇ ਕਿਸਾਨ ਅੰਦੋਲਨ ਦੇ ਦੌਰਾਨ ਭਾਜਪਾ ਨੂੰ ਇੱਕ ਵਰਗ ਦਾ ਵਿਰੋਧੀ ਚਿਹਰਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਚਾਹੇ ਕਿਸਾਨ ਅੰਦੋਲਨ ਦੇ ਦੌਰਾਨ ਪ੍ਰਧਾਨ ਮੰਤਰੀ ਜੀ ਨੂੰ ਸਿੱਖ ਵਿਰੋਧੀ ਚਿਹਰਾ ਬਣਾ ਕੇ ਕੋਸ਼ਿਸ਼ ਕੀਤੀ ਗਈ। ਪਰ ਪਿਛਲੇ ਸਮੇਂ ਨੂੰ ਅਸੀਂ ਥੋੜਾ ਝਾਤ ਮਾਰੀਏ ਕਿ ਦੇਸ਼ ਦੇ ਉਹ ਪ੍ਰਧਾਨ ਮੰਤਰੀ, ਬੜੀਆਂ ਪੁਰਾਣੀਆਂ ਮੰਗਾਂ ਸੀਗੀਆਂ ਸਿੱਖ ਸਮਾਜ ਦੀਆਂ, ਚਾਹੇ ਉਹ 84 ਦੇ ਦੰਗਾਈਆਂ ਨੂੰ ਸਜ਼ਾ ਦੇਣ ਦੀ ਗੱਲ ਹੋਵੇ, ਚਾਹੇ ਉਹ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਹੋਵੇ, ਜੋ ਮਰਜ਼ੀ ਕੋਈ ਕਹੀ ਜਾ ਕਿ ਮੈਂ ਖਿਲਾਇਆ, ਇਹ ਕ੍ਰੈਡਿਟਸ ਗੋ ਟੂ ਓਨਲੀ ਸ਼੍ਰੀ ਨਰਿੰਦਰ ਮੋਦੀ। ਬਿਲਕੁਲ, ਕਿਉਂਕਿ ਦੋ ਜਿਹੜੀਆਂ ਪ੍ਰਧਾਨ ਮੰਤਰੀਆਂ ਨੇ ਉਹ ਫੈਸਲਾ ਲੈਣਾ ਸੀਗਾ ਸੰਵਿਧਾਨਕ ਤੌਰ ਦੇ ਉੱਤੇ, ਔਰ ਬਹੁਤ ਸਾਰੇ ਪ੍ਰੋਟੋਕਾਲ ਹੁੰਦੇ ਆ, ਔਰ ਸਰਹੱਦ ਪਾਰ ਜਿਹੜਾ ਸਾਡਾ ਗੁਆਂਢੀ ਦੇਸ਼ ਹੈ ਉਹਦੇ ਤੋਂ ਬਹੁਤ ਸਾਰੀਆਂ ਐਸੀਆਂ ਤਾਕਤਾਂ ਵੀ ਉੱਥੇ ਨੇ ਜਿਹੜੇ ਸਾਡੇ ਅਮਨ ਸ਼ਾਂਤੀ ਨੂੰ ਖਤਰਾ ਪੈਦਾ ਕਰ ਸਕਦੇ ਸਨ। ਬਿਲਕੁਲ, ਔਰ ਉਸ ਤੋਂ ਬਾਅਦ ਫਿਰ ਵੀਰਵਾਲ ਦਿਵਸ ਘੋਸ਼ਣਾ ਕਰਨ ਦੀ ਗੱਲ ਹੋ ਗਈ, ਔਰ ਫਿਰ ਹੁਣ ਤੁਸੀਂ ਸਭ ਤੋਂ ਵੱਡੀ ਗੱਲ ਤੁਸੀਂ ਦੇਖੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ 400 ਸਾਲਾ ਪ੍ਰਕਾਸ਼ ਪੁਰਬ ਬਣਾਇਆ ਜਾ ਰਿਹਾ ਸੀ, ਭਾਰਤ ਸਰਕਾਰ ਨੇ ਕਮੇਟੀ ਬਣਾਈ, ਉਹਦੇ ਤੇ ਇਕੱਲੀ ਕਮੇਟੀ ਨਹੀਂ ਬਣਾਈ, ਉਹਦੇ ਤੇ ਵਰਕ ਵੀ ਕੀਤਾ। ਈਵਨ ਕਿ ਪੰਜਾਬ ਭਾਜਪਾ ਨੇ ਇੱਕ ਕਮੇਟੀ ਬਣਾਈ ਜਿਹਦੀ ਕਿ ਪੂਰੇ ਸਾਲ ਅਸੀਂ ਕਾਰਜਕ੍ਰਮ ਕੀਤੇ। ਸਾਡੇ ਛੋਟੇ ਯੂਨਿਟਾਂ ਨੇ ਸੁਖਨੀ ਸਾਹਿਬ ਦੇ ਪਾਠ ਰਖਾਏ, ਖੰਡ ਪਾਠ ਸਾਹਿਬ ਰਖਾਏ,
ਇਸ ਤੋਂ ਇਲਾਵਾ ਸੇਵਾ ਦੇ ਕੰਮ ਕੀਤੇ ਜਿੱਥੇ ਜਿੱਥੇ ਹੋ ਸਕਦੇ ਸੀ। ਔਰ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਕਿ ਅਕਤੂਬਰ ਦੇ ਵਿੱਚ ਪੰਜਾਬ ਭਾਜਪਾ ਦੇ ਚੰਡੀਗੜ੍ਹ ਆਫਿਸ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋਇਆ ਔਰ ਵੱਡੀ ਤਾਦਾਦ ਦੇ ਵਿੱਚ ਉੱਥੇ ਪਾਰਟੀ ਦੇ ਕਾਰਜਕਰਤਾਵਾਂ ਨੇ ਇਕੱਠੇ ਹੋ ਕੇ ਉੱਥੇ ਇਹ ਦਿਹਾੜਾ ਇਸ ਸਾਲਾਨਾ ਜਿਹੜਾ 400 ਸਾਲਾਨਾ ਚੱਲ ਰਿਹਾ ਸੀ ਉਹ ਮਨਾਇਆ ਹੈਗਾ। ਸ਼ਤਾਬਦੀ ਸਮਾਗਮ, ਬਿਲਕੁਲ ਸ਼ਤਾਬਦੀ ਸਮਾਗਮ। ਹੁਣ ਤੁਸੀਂ ਦੇਖੋ ਕਿ ਦਿੱਲੀ ਦੇ ਅੰਦਰ ਲਾਲ ਕਿਲੇ ਦੇ ਜਿਸ ਉਹ ਸਥਾਨ ਦੇ ਉੱਪਰ ਜਿੱਥੇ ਸ਼ਹਾਦਤ ਦਾ ਫਰਮਾਨ ਹੋਇਆ ਸੀਗਾ ਗੁਰੂ ਸਾਹਿਬ ਨੂੰ, ਉਸੇ ਸਥਾਨ ਦੇ ਉੱਪਰ ਇਹ ਪ੍ਰਧਾਨ ਮੰਤਰੀ ਜੀ ਨੇ ਉਪਰਾਲਾ ਕੀਤਾ, ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਉਪਰਾਲਾ ਕੀਤਾ ਕਿ ਉਸੇ ਸਥਾਨ ਦੇ ਉੱਪਰ 400 ਸਾਲਾ ਮਨਾਇਆ ਜਾ ਰਿਹਾ ਔਰ ਮੈਂ ਉਸ ਸਮਾਗਮ ਦਾ ਮੈਂ ਹਿੱਸਾ ਸੀਗਾ। ਔਰ ਮੈਨੂੰ ਮੈਂ ਤੁਹਾਨੂੰ ਬਿਆਨ ਨਹੀਂ ਸ਼ਬਦਾਂ 'ਚ ਕਰ ਸਕਦਾ ਕਿ ਜਿੱਡਾ ਭਾਵੇਂ ਉਸ ਸਮਾਗਮ ਸੀ, ਜਿੱਡਾ ਉਹਦਾ ਅਲੌਕਿਕ ਰੂਪ ਸੀਗਾ, ਮੈਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ। ਬਿਲਕੁਲ, ਲਾਲ ਕਿਲੇ ਦੀ ਹਰ ਜਿਹੜੀ ਆ ਕੰਧ ਹੈ, ਹਰ ਜਿਹੜੀ ਆ ਦੀਵਾਰ ਹੈ ਜਾਂ ਉਹ ਇੱਟ ਹੈ, ਉਹ ਗੁਰੂ ਸਾਹਿਬ ਦਾ ਰਸ ਗਾਇਨ ਕਰ ਰਹੀ ਸੀ। ਔਰ ਇਹ ਵਿਲੱਖਣ ਤਾਂ ਇਹ ਸੀਗੀ ਕਿ 2 ਦਿਨ ਪ੍ਰੋਗਰਾਮ ਹੋਣਾ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਉੱਥੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਬਿਲਕੁਲ ਥੋੜੀ ਦੂਰ ਤੇ ਹੈ, ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦੀ ਦਾ ਜਿਹੜਾ ਜਾਮ ਪਿਆਇਆ ਗਿਆ, ਸ਼ਹੀਦੀ ਦਿੱਤੀ ਗਈ। ਔਰ ਮੇਰੇ ਖਿਆਲ ਦੂਜੀ ਪਾਸੇ ਇਸ ਗੱਲ ਦਾ ਮੈਸੇਜ ਬੀਜੇਪੀ 'ਚ ਕਿੰਨਾ ਕੁ ਹੈਗਾ, ਪੰਜਾਬ ਦੇ ਵਿੱਚ ਤਾਂ ਹੈ ਹੀ, ਦੇਸ਼ ਵਿਦੇਸ਼ ਦੇ ਵਿੱਚ ਵੀ ਮੈਸੇਜ ਹੈਗਾ। ਦੇਖੋ, ਹਰ ਸਿੱਖ ਜਿਹੜਾ ਹੈਗਾ ਉਹ ਇਸ ਗੱਲ ਨੂੰ ਸਮਝਦਾ ਹੈ, ਹਰ ਹਿੰਦੂ ਜਿਹੜਾ ਹੈਗਾ ਉਹ ਇਸ ਗੱਲ ਨੂੰ ਸਮਝਦਾ ਹੈ, ਕਿਉਂਕਿ ਗੁਰੂ ਸਾਹਿਬ ਨੇ ਤਾਂ ਸਾਰੇ ਸਮਾਜ ਨੂੰ, ਹਿੰਦੂ ਸਮਾਜ ਕਰਕੇ ਖਾਸ ਕਰਕੇ ਤਿਲਕ ਜੀ ਨੇ ਕੁਰਬਾਨੀ ਦਿੱਤੀ। ਔਰ ਮੈਂ ਇਹ ਕਹਿੰਦਾ ਕਿ ਦੇਖੋ, ਇਹ ਸਾਰੀਆਂ ਚੀਜ਼ਾਂ ਨੂੰ ਮੈਂ ਜਦੋਂ ਇਕੱਠਾ ਕਰਦਾ ਤੇ ਫਿਰ ਜੇ ਕੋਈ ਰਾਜਨੀਤਿਕ ਦਲ ਦਾ ਬੰਦਾ ਇਹ ਗੱਲ ਕਹਿੰਦਾ ਹੈ, ਖਾਸ ਕਰਕੇ ਪਟਿਆਲੇ ਦੀ ਘਟਨਾ ਦੀ ਮੈਂ ਗੱਲ ਕਰਾਂ ਤੇ ਉਹ ਵੀ ਸਾਡੇ ਸੂਬੇ ਦਾ ਮੁੱਖ ਮੰਤਰੀ ਇਹ ਗੱਲ ਕਹੇ ਕਿ ਜੀ ਇਹ ਦੰਗਾ ਜਿਹੜਾ ਹੈਗਾ 2 ਰਾਜਨੀਤਿਕ ਦਲਾਂ ਦਾ ਸੀਗਾ ਔਰ ਭਾਜਪਾ ਦਾ ਨਾਮ ਲੈਂਦਾ, ਤੇ ਮੈਂ ਸਮਝਦਾ ਕਿ ਬੜੀ ਦੁੱਖ ਦੀ ਗੱਲ ਹੈ। ਔਰ ਇਹ ਮੈਂ ਤਾਂ ਇੱਥੇ ਤੱਕ ਕਹੂੰਗਾ ਕਿ ਇਹਦੀ ਟੋਟਲ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਉਹ ਪੰਜਾਬ ਸਰਕਾਰ, ਭਗਵੰਤ ਮਾਨ ਸਰਕਾਰ ਦੀ ਹੈਗੀ ਹੈ। ਔਰ ਮੈਂ ਇੱਥੇ ਤੱਕ ਨਹੀਂ, ਉਹ ਜ਼ਿੰਮੇਵਾਰ ਨੇ, ਕਿਉਂਕਿ ਹਰੀਸ਼ ਸਿੰਘਲਾ ਜਿਹੜਾ ਅਖੌਤੀ ਨੇਤਾ ਹੈਗਾ ਸ਼ਿਵ ਸੈਨਾ ਦਾ ਆਪਣੇ ਆਪ ਨੂੰ, ਔਰ ਚਾਹੇ ਉਹ ਦੂਜੇ ਪਾਸੇ ਪਰਵਾਨਾ ਹੈਗਾ ਜਿਹੜਾ ਆਪਣੇ ਆਪ ਨੂੰ ਖਾਲਿਸਤਾਨੀ ਸਮਰਥਕ ਦੱਸਦਾ ਹੈਗਾ। ਦੇਖੋ, ਇਹਨਾਂ ਨੇ ਪੰਜਾਬ ਦੇ ਭਾਈਚਾਰੇ ਦੇ ਵਿੱਚ ਦੁਬਾਰਾ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਔਰ ਪੰਜਾਬ ਨੂੰ ਦੁਬਾਰਾ ਉਸ ਕਾਲੇ ਦੌਰ ਵੱਲ ਲਿਜਾਣ ਦੀ ਜਿਹੜੀ ਹੈ ਇਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਹੈ। ਔਰ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ, ਜਦੋਂ ਇਹ 10 ਦਿਨ ਤੋਂ ਲਗਾਤਾਰ ਫੇਸਬੁੱਕ ਦੇ ਉੱਪਰ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ, ਤੇ ਕੀ ਇਹਨਾਂ ਨੂੰ ਸਮੇਂ ਰਹਿੰਦੇ ਕਿਉਂ ਨਹੀਂ ਗ੍ਰਿਫਤਾਰ ਕੀਤਾ ਗਿਆ? ਤੁਸੀਂ ਜਿੱਦਣ ਇਹ ਘਟਨਾਕ੍ਰਮ ਹੋ ਗਈ, ਜਦੋਂ ਇਹ ਜ਼ਹਿਰ ਘੋਲਤਾ ਗਿਆ, ਜਿਸ ਢੰਗ ਨਾਲ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਬਾਹਰ ਜਾ ਕੇ, ਤੁਸੀਂ ਮੰਨਦੇ ਹੋ ਦੋਨਾਂ ਬੰਦਿਆਂ ਦੀ ਗਲਤੀ ਹੈ? ਮੈਂ ਬਿਲਕੁਲ ਮੰਨਦਾ ਨਹੀਂ ਹੈਗਾ। ਕਿਸੇ ਨੂੰ ਅਧਿਕਾਰ ਨਹੀਂ ਹੈਗਾ, ਕਿਸੇ ਨੂੰ ਅਧਿਕਾਰ ਨਹੀਂ ਹੈਗਾ ਕਿ ਤੁਸੀਂ ਜਿਹੜੀਆਂ ਕੋਈ ਚੀਜ਼ਾਂ, ਕੋਈ ਬਾਹਰ ਇੱਕ ਬੈਠਾ ਬੰਦਾ ਰੈਫਰੈਂਡਮ 2020 ਦੇ ਨਾਮ ਤੇ ਚਲਾ ਰਿਹਾ ਹੈ, ਅਗਰ ਉਹ ਕੁਝ ਕਹਿ ਰਿਹਾ ਤੇ ਅਸੀਂ ਆਪਣੇ ਇੱਥੇ ਅੱਗ ਲਾਉਣ ਦਾ ਕੰਮ ਕਰ ਲਈਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਜੇਪੀ ਤੇ ਇਸ ਕਰਕੇ ਇਤਰਾਜ਼ ਕਰਦੇ ਆ। ਉਹ ਕਹਿੰਦੇ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਜਿਹੜੇ ਅਸ਼ਵਨੀ ਸ਼ਰਮਾ ਹੈ, ਉਹ ਮੌਕੇ ਤੇ ਉਸੇ ਦਿਨ ਕਿਉਂ ਪਹੁੰਚੇ, ਉਹ ਮੱਥਾ ਟੇਕਣ ਕਿਉਂ ਗਏ, ਤੇ ਉਹਨਾਂ ਦੀ ਸਰਗਰਮੀ ਸ਼ੱਕੀ ਲੱਗਦੀ ਹੈ, ਇਸ ਕਰਕੇ ਉਂਗਲ ਚੱਕਦੇ ਆ। ਇਸ ਗੱਲ ਨੂੰ ਜੀਵਨ ਗੁਪਤਾ ਕਿਵੇਂ ਦੇਖਦੇ ਆ? ਦੇਖੋ, ਬੜੇ ਸ਼ਰਮ ਦੀ ਗੱਲ ਹੈ ਮਾਨ ਸਾਹਿਬ, ਤੁਹਾਡੇ ਤੋਂ ਤਾਂ ਸਰਿਆ ਨਹੀਂ। ਜਿਸ ਢੰਗ ਨਾਲ ਮੰਦਿਰ ਦੇ ਬਾਹਰ, ਮੰਦਿਰ ਦੇ ਪਰਿਸਰ ਦੇ ਅੰਦਰ ਪਥਰਾਓ ਕੀਤਾ ਗਿਆ, ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ, ਚਾਹੇ ਉਹ ਚੰਦ ਲੋਕ ਸੀਗੇ, ਮੈਂ ਉਹਨੂੰ ਬਿਲਕੁਲ ਨਹੀਂ ਕਹੂੰਗਾ ਸਿੱਖ ਸੀਗੇ, ਮੈਂ ਤੁਹਾਨੂੰ ਬੜੇ ਤੁਹਾਡੇ ਕੈਮਰੇ ਤੇ ਗੱਲ ਕਹਿ ਰਿਹਾ ਕਿ ਕੋਈ ਸਿੱਖ ਨਹੀਂ ਸੀ ਉਹ ਕੇਵਲ ਪੰਜਾਬ ਦੇ ਭਾਈਚਾਰੇ ਨੂੰ ਲਾਂਬੂ ਲਾਉਣ ਵਾਲੇ ਲੋਕ ਸੀ, ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਵਾਲੇ ਲੋਕ ਸੀ। ਚਾਹੇ ਉਹ ਹਿੰਦੂ ਸੀ ਆਪਣੇ ਆਪ ਨੂੰ ਕਹਿੰਦਾ, ਚਾਹੇ ਉਹ ਆਪਣੇ ਆਪ ਨੂੰ ਸਿੱਖ ਕਹਿੰਦੇ, ਪਰ ਮੈਂ ਉਹਨੂੰ ਬਿਲਕੁਲ ਗੁੰਡਾ ਤੱਤਵ ਕਹਿੰਦਾ। ਔਰ ਜਿਸ ਢੰਗ ਨਾਲ ਮੰਦਿਰ ਨੂੰ ਬੰਦ ਕਰਤਾ ਗਿਆ, ਜੇ ਉਸ ਤੋਂ ਬਾਅਦ ਸੂਬਾ ਪ੍ਰਧਾਨ ਜੀ ਉੱਥੇ ਗਏ ਨੇ ਮੱਥਾ ਟੇਕਣ ਵਾਸਤੇ, ਮੰਦਿਰ ਖਿਲਾਉਣ ਵਾਸਤੇ ਗਏ ਨੇ, ਤੇ ਇਹ 'ਚ ਕੀ ਬੁਰੀ ਗੱਲ ਹੈਗੀ, ਇਹ 'ਚ ਕੀ ਮਾੜਾ ਗੱਲ ਹੈ? ਔਰ ਬੜੀ ਦੁੱਖ ਦੀ ਗੱਲ ਹੈ ਕਿ ਨਾ ਉੱਥੇ ਦਾ ਲੋਕਲ ਵਿਧਾਇਕ ਜਸਵਿੰਦਰ ਜੀ, ਬੜੀ ਦੁੱਖ ਦੀ ਗੱਲ ਹੈ, ਬਿਲਕੁਲ, ਜਿਹੜਾ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ, ਨਾ ਤਾਂ ਉਹ ਮੰਦਿਰ 'ਚ ਗਿਆ, ਨਾ ਹੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਮੰਦਿਰ 'ਚ ਗਿਆ, ਨਾ ਹੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਮੰਦਿਰ ਅੱਜ ਤੱਕ ਨਹੀਂ ਗਿਆ, ਟਿਲ ਟਾਈਮ ਤੱਕ ਨਹੀਂ ਗਿਆ ਹਾਲ ਤੱਕ। ਬਈ ਤੁਸੀਂ ਜਾ ਕੇ ਘੱਟੋ ਘੱਟ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰ ਲਓ ਯਾਰ, ਕਿ ਦੇਖੋ ਕਿਤੇ ਵੀ ਕੁਝ ਗਲਤ ਕੰਮ ਹੋਇਆ, ਅਸੀਂ ਉਹਦੇ ਬਿਲਕੁਲ ਅਗੇਂਸਟ ਹੈ। ਧਾਰਮਿਕ ਸਥਾਨ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਗੁਰਦੁਆਰਾ ਹੈ, ਸਾਡਾ ਸਾਂਝਾ। ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਹੈ ਕਿ ਮੈਂ ਉਸ ਧਰਤੀ ਦਾ ਜੰਮਪਲ ਆ, ਮੇਰਾ ਜਿੰਨੀ ਸ਼ਰਧਾ ਮੇਰੇ ਆਪਣੇ ਹਿੰਦੂ ਧਰਮ ਪ੍ਰਤੀ ਹੈ, ਉਨਾ ਹੀ ਆਪਣੇ ਸਿੱਖ ਧਰਮ ਪ੍ਰਤੀ ਹੈ ਜੀ। ਮੈਂ ਦੋਨਾਂ ਨੂੰ ਹਮੇਸ਼ਾ ਬੜੇ ਸਤਿਕਾਰ ਨਾਲ ਦੇਖਦਾ। ਔਰ ਬੀਜੇਪੀ ਇੰਨਾ ਹੀ ਨਹੀਂ, ਬੀਜੇਪੀ ਦੀ ਪੂਰੀ ਪਾਰਟੀ ਇਸ ਢੰਗ ਨਾਲ ਦੇਖਦੀ ਹੈ, ਕਿਉਂਕਿ ਸਾਡੇ ਨੇਤਾ ਮੋਦੀ ਜੀ ਜਿਹੜੇ ਨੇ, ਉਹ ਸਾਨੂੰ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਜੀ ਪੰਜਾਬ, ਉਹ ਕੀ ਪੂਰੀ ਦੁਨੀਆ ਦੇ ਅੰਦਰ
ਹਿੰਦੂ ਸਿੱਖ ਦੇ ਰਿਸ਼ਤੇ 'ਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈਗਾ। ਜੀ ਔਰ ਜਿੰਨੇ ਉਹਨਾਂ ਨੇ ਕੰਮ ਕੀਤੇ ਨੇ, ਮੈਂ ਗੱਲਾਂ ਤੁਹਾਨੂੰ ਤਾਂ ਗਣਾਈਆਂ ਜੀ ਕਿ ਜਿੰਨੇ ਕੰਮ ਕੀਤੇ ਨੇ, ਇਹ ਜਿਹੜੇ ਕੁਝ ਪੰਜਾਬ ਵਿਰੋਧੀ ਤੱਤਵ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਬੀਜੇਪੀ ਜਿਹੜੀ ਹੈ ਉਹ ਉੱਭਰ ਕੇ ਸਾਹਮਣੇ ਆਵੇ, ਔਰ ਇਸ ਕਰਕੇ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਪੰਜਾਬੀਆਂ ਦੇ ਅੱਗੇ ਪੇਸ਼ ਕਰਦੇ। ਕਾਂਗਰਸ ਦੇ ਆਗੂ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਆ ਕਿ ਮੋਦੀ ਨੂੰ ਹਰਾਉਣਾ ਔਖਾ ਹੈ, ਪਰ ਮੋਦੀ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ। ਤੇ ਹੁਣ ਤੁਸੀਂ ਜਿਮਣੀ ਚੋਣਾਂ ਦੀ ਵੀ ਤਿਆਰੀ ਕਰ ਰਹੇ ਹੋ, ਨਗਰ ਨਿਗਮ ਚੋਣਾਂ ਦੀ ਵੀ ਤਿਆਰੀ ਕਰ ਰਹੇ ਹੋ, ਤੇ 2024 ਦੇ ਲਈ ਵੀ ਪਿੰਡਾਂ ਦੇ ਵਿੱਚ ਕਹਿੰਦੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਆ। ਨਹੀਂ ਦੇਖੋ ਜਸਵਿੰਦਰ ਜੀ, ਬੜੀ ਵਧੀਆ ਗੱਲ ਮੈਂ ਤੁਹਾਨੂੰ ਦੱਸਾਂ, ਇੱਕ ਬੜੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਜੋ ਮਰਜ਼ੀ ਕੋਈ ਕੁਝ ਕਹੀ ਜਾਵੇ, ਜਦੋਂ ਤੋਂ ਸਾਡਾ ਅਕਾਲੀ ਦਲ ਨਾਲ ਸਮਝੌਤਾ ਟੁੱਟਿਆ 2020 ਅਗਸਤ ਦੇ ਅੰਦਰ, ਉਦੋਂ ਤੋਂ ਲੈ ਕਰਕੇ ਹੁਣ ਤੱਕ ਲਗਾਤਾਰ, ਚਾਹੇ ਕਿਸਾਨ ਅੰਦੋਲਨ ਵੀ ਚੱਲਦਾ ਰਿਹਾ, ਚਾਹੇ ਬੜਾ ਕੁਝ ਹੋਇਆ, ਪੰਜਾਬ ਦਾ ਹਰ ਵਰਗ, ਚਾਹੇ ਉਹ ਸਿੱਖ ਸਮਾਜ ਨਾਲ ਸੰਬੰਧਿਤ, ਚਾਹੇ ਉਹ ਐਸੀ ਸਮਾਜ ਨਾਲ ਸੰਬੰਧਿਤ ਸੀ, ਚਾਹੇ ਉਹ ਹਿੰਦੂ ਸਮਾਜ ਨਾਲ ਸੰਬੰਧਿਤ ਸੀ, ਵੱਡੀ ਪੱਧਰ ਤੇ ਬੀਜੇਪੀ ਜੁਆਇਨ ਕੀਤੀ ਉਹਨਾਂ ਨੇ। ਔਰ ਇਹ ਕ੍ਰਮ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਹੀ ਨਹੀਂ ਚੱਲਦਾ ਰਿਹਾ, ਅੱਜ ਵੀ ਇਹ ਕ੍ਰਮ ਜਾਰੀ ਹੈ। ਅਸੀਂ ਸਿਰਫ ਰਿਜ਼ਲਟਾਂ ਤੋਂ ਲੈ ਕਰਕੇ ਹੁਣ ਤੱਕ ਉਹ ਜੁਆਇਨਿੰਗ ਰੋਕੀਆਂ ਹੋਈਆਂ, ਕਿਉਂਕਿ ਕੁਝ ਕੇਂਦਰ ਸਰਕਾਰ ਦਾ ਸਾਨੂੰ ਸਾਡੀ ਜਿਹੜੀ ਕੇਂਦਰ ਦੀ ਟੀਮ ਹੈ ਪਾਰਟੀ ਦੇ ਉੱਪਰੋਂ, ਕੇਂਦਰ ਤੋਂ ਉਹ ਥੋੜਾ ਨਿਰਦੇਸ਼ ਹੈ ਕਿ ਥੋੜਾ ਰੁਕੋ, ਉਹਨਾਂ ਨਾਲ ਸਲਾਹ ਮਸ਼ਵਰੇ ਨਾਲ ਅਸੀਂ ਅੱਗੇ ਵਧਣਾ, ਅੱਗੇ ਕਰਨਾ। ਪਰ ਅੱਜ ਵੀ ਬਹੁਤ ਪੰਜਾਬੀ ਜਿਹੜਾ ਹੈ ਉਹ ਬੀਜੇਪੀ ਨਾਲ ਜੁੜਨ ਨੂੰ ਤਿਆਰ ਹੈ, ਚਾਹੇ ਉਹ ਪਿੰਡੂ ਖੇਤਰ ਹੋਵੇ, ਚਾਹੇ ਉਹ ਸ਼ਹਿਰੂ ਖੇਤਰ ਹੋਵੇ, ਦੋਨਾਂ ਖੇਤਰਾਂ 'ਚੋਂ ਬੜੀ ਵੱਡੀ ਪੱਧਰ ਤੇ ਲੋਕ ਜੁੜਨ ਨੂੰ ਤਿਆਰ ਹੈ, ਕਿਉਂਕਿ ਜਿਹਨੂੰ ਸਮਝ ਆ ਰਿਹਾ ਹੈ, ਜਿਹਨੂੰ ਭਾਜਪਾ ਦੀਆਂ ਨੀਤੀਆਂ ਸਮਝ ਆ ਰਹੀਆਂ, ਜਿਹਨੂੰ ਮੋਦੀ ਜੀ ਦੇ ਕੀਤੇ ਹੋਏ ਕੰਮ ਸਮਝ ਆ ਰਹੇ ਨੇ, ਉਹ ਹਰ ਬੰਦਾ ਭਾਜਪਾ ਨਾਲ ਜੁੜਨਾ ਸ਼ੁਰੂ ਹੋ ਗਿਆ। ਤੁਸੀਂ ਇੱਕ ਛੋਟੀ ਗੱਲ ਦੱਸਦਾ, ਯੂਕਰੇਨ ਦੇ ਅੰਦਰ ਲੜਾਈ ਚੱਲ ਰਹੀ ਹੈ, ਕਿੰਨਾ ਹਿੰਦੁਸਤਾਨੀ ਸਾਡਾ ਉੱਥੇ ਫਸਿਆ ਹੋਇਆ ਸੀਗਾ, ਔਰ ਸਭ ਤੋਂ ਜ਼ਿਆਦਾ ਸਟੂਡੈਂਟ ਜਿਹੜੇ MBBS ਕਰਨ ਗਏ ਸਨ, ਬਿਲਕੁਲ ਉਹਨਾਂ ਨੂੰ ਕਿਸ ਢੰਗ ਨਾਲ ਮੋਦੀ ਜੀ ਨੇ ਉੱਥੋਂ ਕੱਢ ਕੇ ਲਿਆਂਦਾ, 22,500 ਦੇ ਕਰੀਬ। ਫਿਰ ਹੁਣ ਇਹ ਗੱਲਾਂ ਜਿਹੜੀਆਂ ਨੇ, ਕਦੇ ਦੇਖੋ ਇੰਨੀਆਂ ਸਰਕਾਰਾਂ ਰਹੀਆਂ ਹੈ, ਇੰਨਾ ਕੁਝ ਪੁਰਾਣਾ, ਕਦੇ ਇਸ ਢੰਗ ਨਾਲ ਕੰਮ ਕੀਤਾ। ਮੈਂ ਬੜੀ ਛੋਟੀ ਗੱਲ ਦੱਸਦਾ, 2 ਸਾਲ ਦਾ ਸਮਾਂ ਜਿਹੜਾ ਪਿਛਲਾ ਨਿਕਲਿਆ, ਕਰੋਨਾ ਦੀ ਮਹਾਮਾਰੀ ਨੇ ਕਿੰਨੇ ਮੁਲਕਾਂ ਨੂੰ ਬਰਬਾਦ ਕਰਤਾ। ਸਾਡੇ ਪੜੋਸੀ ਮੁਲਕ ਨੇ ਸ਼੍ਰੀਲੰਕਾ ਹੈ, ਅੱਜ ਉਹਦੀ ਅਰਥ ਵਿਵਸਥਾ ਖਤਮ ਹੋ ਗਈ ਹੈ। ਪਾਕਿਸਤਾਨ 'ਚ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਦਲਣਾ ਪੈ ਗਿਆ ਇਸੇ ਗੱਲ ਤੋਂ, ਔਰ ਇਸੇ ਤਰ੍ਹਾਂ ਨੇਪਾਲ ਦੇ ਅੰਦਰ ਵੀ ਇਹੀ ਹਾਲ ਹੈ। ਸੋ ਸਾਡੇ ਪੜੋਸੀ ਮੁਲਕਾਂ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ, ਪਰ ਸਾਡੇ ਮੋਦੀ ਜੀ ਦਾ ਕੁਸ਼ਲ ਨੇਤ੍ਰਿਤਵ ਹੈ ਕਿ ਕੇਵਲ ਕਰੋਨਾ ਵਰਗੀ ਮਹਾਮਾਰੀ ਨਾਲ ਲੜਾਈ ਨਹੀਂ ਲੜੀ। ਜਿਹੜੇ ਥਾਲੀਆਂ ਵਜਾਉਣ ਨੂੰ ਜਾਂ ਮੋਮਬੱਤੀਆਂ ਜਲਾਉਣ ਨੂੰ ਗਲਤ ਦੱਸ ਰਹੇ ਸੀਗੇ, ਉਹ ਸਿਰਫ ਧਿਆਨ ਕਨਵਰਟ ਕਰਨ ਦੀਆਂ ਗੱਲਾਂ ਸੀਗੀਆਂ, ਔਰ ਉਹਨਾਂ ਨੇ ਪੂਰੇ ਭਾਰਤ ਵਾਸੀਆਂ ਨੂੰ ਫ੍ਰੀ ਵੈਕਸੀਨੇਸ਼ਨ ਲਗਾਉਣ ਦਾ ਕੰਮ ਕੀਤਾ। ਔਰ ਇੰਨਾ ਹੀ ਨਹੀਂ, 80 ਕਰੋੜ ਭਾਰਤ ਦੇ ਗਰੀਬ ਜਨਤਾ ਨੂੰ ਅੱਜ ਵੀ ਫ੍ਰੀ ਰਾਸ਼ਨ ਦੇਣ ਦਾ ਕੰਮ ਚੱਲ ਰਿਹਾ ਹੈਗਾ ਭਾਰਤ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ। ਤੇ ਉਹਦੇ ਬਾਵਜੂਦ ਸਾਡੀ ਦੇਸ਼ ਦੀ ਜਿਹੜੀ ਅਰਥ ਵਿਵਸਥਾ ਹੈ, ਉਹਦੀ ਪਟੜੀ ਉਹ ਵੀ ਠੀਕ ਚੱਲ ਰਹੀ ਹੈ। ਠੀਕ ਹੈ, ਕੁਝ ਚੀਜ਼ਾਂ ਦਾ ਸਾਨੂੰ ਔਖਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਫਿਰ ਵੀ ਕਿੰਨੇ ਕੁਸ਼ਲ ਢੰਗ ਨਾਲ ਪੂਰੀ ਕੇਂਦਰ ਸਰਕਾਰ, ਮੋਦੀ ਜੀ ਦੀ ਟੀਮ, ਮੋਦੀ ਜੀ ਦਾ ਮੰਤਰੀ ਮੰਡਲ ਔਰ ਭਾਜਪਾ, ਖਾਸ ਕਰਕੇ ਮੈਂ ਤੁਹਾਨੂੰ ਦੱਸਣਾ, ਸਾਡੇ ਕੌਮੀ ਪ੍ਰਧਾਨ ਜੀ ਨੇ ਸਾਨੂੰ ਨਿਰਦੇਸ਼ ਦਿੱਤੇ ਹੋਏ ਸੀ, ਔਰ ਜਿਸ ਢੰਗ ਨਾਲ ਕਰੋਨਾ ਕਾਲ ਦੇ ਅੰਦਰ ਭਾਜਪਾ ਨੇ ਸੇਵਾ ਕੀਤੀ ਹੈ, ਭਾਜਪਾ ਦੇ ਕਾਰਜਕਰਤਾ ਨੇ ਸੇਵਾ ਕੀਤੀ ਹੈ, ਉਹ ਆਪਣੇ ਆਪ 'ਚ ਇੱਕ ਮਿਸਾਲ ਹੈ। ਸੋ ਮੈਂ ਸਮਝਦਾ ਕਿ ਜੋ ਮਰਜ਼ੀ ਕੁਝ ਕਹੀ ਜਾਣ, ਪੰਜਾਬ ਔਰ ਹਿੰਦੁਸਤਾਨ ਦੇ ਵਿੱਚ ਤਾਂ ਬਹੁਤ ਸਟੇਟਾਂ ਦੇ ਵਿੱਚ ਤੁਹਾਨੂੰ ਪਤਾ ਕਿ ਭਾਜਪਾ ਦੀਆਂ ਸਰਕਾਰਾਂ ਵੀ ਨੇ, ਔਰ ਬਹੁਤ ਲੋਕ ਲਗਾਤਾਰ ਬਣਦੀਆਂ ਆ ਰਹੀਆਂ, ਔਰ ਪੰਜਾਬ ਦੇ ਲੋਕ ਵੀ ਹੁਣ ਸਮਝਣਾ ਸ਼ੁਰੂ ਹੋ ਗਏ ਹੈ, ਕਿਉਂਕਿ ਪੰਜਾਬ ਇੱਕ ਬਹੁਤ ਇਸ ਸਮੇਂ ਦੇ ਵਿੱਚ ਕ੍ਰਾਈਸਿਸ 'ਚ ਹੈ ਜੀ। ਸਾਡਾ ਖੇਤੀ ਪ੍ਰਧਾਨ ਸੂਬਾ ਹੈਗਾ, ਔਰ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਅਸੀਂ ਆਪਣੀ ਕਿਸਾਨੀ ਨੂੰ ਬਚਾਉਣਾ ਹੈਗਾ, ਔਰ ਕਿਸਾਨੀ ਨੂੰ ਬਚਾ ਕੇ ਰੱਖਣ ਵਾਸਤੇ ਸਾਨੂੰ ਬਹੁਤ ਕੁਝ ਨਵੀਆਂ ਚੀਜ਼ਾਂ, ਨਵੇਂ ਆਯਾਮ ਵੱਲ ਵਧਣਾ ਪੈਣਾ ਹੈਗਾ, ਉਹਦੀਆਂ ਯੋਜਨਾਵਾਂ ਬਣਾਉਣੀਆਂ ਬੜੀਆਂ, ਪਰ ਕਿਸੇ ਪੰਜਾਬ ਦੀ ਸਰਕਾਰ ਨੇ ਇਹਦੇ ਤੇ ਚਿੰਤਾ ਨਹੀਂ ਕੀਤੀ। ਗੁਪਤਾ ਜੀ, ਤੁਸੀਂ ਖੇਤੀ ਦੀ ਗੱਲ ਕੀਤੀ ਹੈ, ਕਣਕ ਦਾ ਝਾੜ ਘਟਣ ਕਰਕੇ ਜਿਹੜਾ ਇੱਕ ਕਿੱਲੇ ਦੇ ਵਿੱਚੋਂ 22-23 ਕੁਇੰਟਲ ਕਣਕ ਨਿਕਲਦੀ ਸੀ, ਇਸ ਵਾਰੀ 16-17 ਕੁਇੰਟਲ ਨਿਕਲੀ ਹੈ। ਐਵਰੇਜ ਕਿੱਲੇ ਮਗਰ 10-12 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ। ਔਰ ਹੁਣ ਤੱਕ ਜਿਹੜਾ ਅੰਕੜੇ, ਸਾਡੇ ਮਾਲਵੇ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੀ ਕਰੀਏ, ਤੇ 18 ਤੋਂ ਵੱਧ ਕਿਸਾਨ ਇਸ ਕਰਕੇ ਖੁਦਕੁਸ਼ੀ ਕਰ ਗਏ ਕਿ ਬੜਾ ਮੰਦਾ ਹਾਲ ਹੋਇਆ। ਚਾਹੇ ਕੇਂਦਰ ਸਰਕਾਰ ਨੇ ਟੀਮ ਭੇਜੀ, ਟੀਮ ਨੇ ਜਿਹੜਾ ਉਸ ਆਪਣਾ ਕਣਕ ਹੈ, ਅਨਾਜ ਹੈ, ਉਹ ਦੱਸਿਆ ਕਿ ਨਮੀ ਤੁਸੀਂ ਇਹਦੀ ਮੋਇਸਚਰ ਹੈਗਾ, ਇਹਦੇ ਚੈੱਕ ਕਰ ਲਓ। ਪਰ ਚੰਗੀ ਗੱਲ ਇਹ ਹੋਈ ਕਿ ਯੂਕਰੇਨ ਦੀ ਜਿਹੜੀ ਜੰਗ ਲੱਗੀ, ਉਹ ਪੰਜਾਬ ਲਈ ਇੱਕ ਚੰਗੀ ਗੱਲ ਇਹ ਹੋਈ ਕਿ ਪ੍ਰਾਈਵੇਟ ਮਿਲਰਾਂ ਨੇ ਸਾਰੀ ਕਣਕ ਖਰੀਦ ਲਈ। ਸਾਨੂੰ ਜਿਹੜਾ ਸਰਕਾਰੀ ਟਾਰਗੇਟ ਹੈਗਾ ਇਹ 120 ਲੱਖ ਕਰੋੜ, 80 ਲੱਖ ਕਰੋੜ ਹੀ ਉਹਦੇ 'ਚ ਹੋਇਆ, 40 ਲੱਖ ਕਰੋੜ ਸਾਡਾ ਘਟ ਗਿਆ।
ਲੇਕਿਨ ਉਹ ਪ੍ਰਾਈਵੇਟ ਨੇ ਖਰੀਦ ਲਈ, ਚੰਗੀ ਗੱਲ ਹੋਈ, ਐਮਐਸਪੀ ਤੋਂ ਵੱਧ ਰੇਟ ਖਰੀਦੀ। ਲੇਕਿਨ ਪਿਛਲੇ ਦਿਨੀ ਤੁਹਾਡੇ ਬੀਜੇਪੀ ਦੇ ਕੁਝ ਆਗੂ ਉਹਨਾਂ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਗਏ ਨੇ। ਕੀ ਰਾਹਤ ਲੱਗਦਾ ਕਿ ਉਹਨਾਂ ਦੀ ਬਾਂਹ ਫੜੀ ਜਾਏਗੀ, ਕੇਂਦਰ ਸਰਕਾਰ ਕੁਝ ਫੜੇਗੀ? ਦੇਖੋ, ਕੱਲ ਸਾਡੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਕਿਸਾਨ ਮੋਰਚਾ ਦੇ 4 ਸਾਹਿਬ, ਹਾਂ, ਰਾਜਕੁਮਾਰ ਚਾਹਰ ਸਾਹਿਬ, ਉਹ ਉਹਨਾਂ ਦਾ ਪੰਜਾਬ ਦੌਰਾ ਸੀ ਔਰ ਉਹ 2 ਪੀੜਤਾਂ ਦੇ ਘਰ ਹੋ ਕੇ ਆਏ ਆ ਜਿਹੜੇ ਕਿ ਜਿਨ੍ਹਾਂ ਨੇ ਕਿਸਾਨ ਭਰਾਵਾਂ ਨੇ ਸੁਸਾਈਡ ਕੀਤਾ ਹੈਗਾ। ਔਰ ਉਹ ਉਹਦੇ ਕਰਕੇ ਉੱਥੇ ਦੇਖੋ, ਕੇਵਲ ਉਹ ਖਾਣਾ ਪੂਰਤੀ ਨਹੀਂ ਕਰਨਗੇ, ਉਹਨਾਂ ਨੇ ਆਪਣੀ ਪਾਕਟ ਚੋਂ 50-50 ਹਜ਼ਾਰ ਰੁਪਈਆ ਦਿੱਤਾ। ਕੋਈ ਮੇਰੇ ਖਿਆਲ ਵਿਰਲਾ ਲੀਡਰ ਹੋਊਗਾ ਜਿਹੜੇ ਆਪਣੀ ਪਾਕਟ ਚੋਂ ਕੋਈ 2 ਰੁਪਈਏ ਕੱਢ ਕੇ ਦਿੰਦਾ ਹੈ। ਸੋ ਆਪਣੀ ਪਾਕਟ ਚੋਂ ਉਹਨਾਂ ਨੇ 50-50 ਹਜ਼ਾਰ ਰੁਪਈਆ ਦੋਨੇ ਪਰਿਵਾਰਾਂ ਨੂੰ ਦਿੱਤਾ। ਇੰਨਾ ਹੀ ਨਹੀਂ, ਇੱਕ ਕਿਸਾਨ ਦੀ ਬੇਟੀ ਜਿਹੜੀ ਸੀਗੀ ਉਹਨੂੰ ਏਮਸ ਦੇ ਵਿੱਚ ਕੁਛ ਨਾ ਕੁਛ ਜੌਬ ਦਿਵਾਉਣ ਦੀ ਵੀ ਜਿਹੜੀ ਗੱਲ ਉਹ ਕਰਕੇ ਗਏ ਨੇ। ਸੋ ਦੇਖੋ, ਸਾਨੂੰ ਇਸ ਲੈਵਲ ਤੱਕ ਜਾ ਕੇ ਕੰਮ ਕਰਨਾ ਪਏਗਾ। ਬੀਜੇਪੀ ਪੰਜਾਬ ਵੀ ਕੋਈ ਪ੍ਰਧਾਨ ਮੰਤਰੀ ਸਾਹਿਬ ਜਾਂ ਖੇਤੀ ਮੰਤਰੀ ਸਾਹਿਬ ਨਾਲ ਇਸ ਤਰ੍ਹਾਂ ਦਾ ਰਾਬਤਾ ਕਾਇਮ ਕਰ ਰਹੀ ਹੈ ਤਾਂ ਜੋ ਉਹਨਾਂ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਜਾ ਸਕੇ? ਦੇਖੋ, ਅੱਜ ਦੀ ਜ਼ਰੂਰਤ ਕੀ ਹੈ ਕਿ ਸਾਨੂੰ ਇਸ ਗੱਲ 'ਚ ਜਾਣਾ ਪਏਗਾ ਕਿ ਜਿਹੜਾ ਛੋਟਾ ਔਰ ਗਰੀਬ ਕਿਸਾਨ ਹੈ ਉਹ ਆਤਮ ਹੱਤਿਆ ਕਿਉਂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ 6000 ਰੁਪਈਆ ਛੋਟੇ ਕਿਸਾਨ ਨੂੰ ਆ ਰਿਹਾ ਹੈ ਔਰ ਮੈਂ ਤੁਹਾਨੂੰ ਦੱਸਾਂ ਕਿ ਅੱਜ ਉਸ ਛੋਟੇ ਕਿਸਾਨ ਵਾਸਤੇ 6000 ਦੀ ਬੜੀ ਕੀਮਤ ਹੈ। ਇਹ ਤਾਂ ਵਿਰੋਧੀ ਦਿੱਤਾ ਉਹਦੇ ਤੇ ਵੀ ਮਜ਼ਾਕ ਦੀ ਮੁਦਰਾ ਦੇ ਵਿੱਚ ਸੀਗੇ ਕਿ ਜੀ 6000 ਰੁਪਏ ਬੜੀ ਛੋਟੀ ਅਮਾਉਂਟ ਆ, ਵੀ ਤੁਸੀਂ ਤਾਂ 6 ਰੁਪਈਏ ਨਹੀਂ ਦਿੱਤੇ ਕਦੇ ਕਿਸੇ ਨੂੰ। ਔਰ ਆਉਣ ਵਾਲੇ ਸਮੇਂ ਦੇ ਅੰਦਰ ਵੀ ਜਿਹੜਾ ਪ੍ਰਧਾਨ ਮੰਤਰੀ ਜੀ ਦੀ ਸੋਚ ਹੈ ਉਹ ਛੋਟੇ ਕਿਸਾਨ ਡਿਵਰਸਿਫਿਕੇਸ਼ਨ ਵੱਲ ਨੂੰ ਜਾਣ, ਕਿਉਂਕਿ ਅੱਜ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਹੈ। ਜਿਹੜਾ 2 ਏਕੜ 3 ਏਕੜ 4 ਏਕੜ ਵਾਲਾ ਕਿਸਾਨ ਹੈ ਉਹ ਛੋਟੀ ਖੇਤੀ ਦੇ ਵਿੱਚ ਅਗਰ ਅਦਰ ਕ੍ਰੌਪਸ ਵੱਲੋਂ ਜਾਂਦਾ, ਦੂਜੀਆਂ ਫਸਲਾਂ ਵੱਲੋਂ ਜਾਂਦਾ, ਤੇ ਮੈਂ ਸਮਝਦਾ ਉਹਦੀ ਆਮਦਨ 'ਚ ਵਾਧਾ ਹੋ ਸਕਦਾ ਔਰ ਉਹਦੇ ਵਾਸਤੇ ਇੱਕ ਸਿਸਟਮ ਨੂੰ ਲੈ ਕੇ ਆਉਣਾ ਪਏਗਾ। ਕੋਈ ਇਹ ਤਾਂ ਭਰਮ ਪੈਦਾ ਕਰਤੇ ਗਏ। ਮੈਂ ਹੁਣ ਉਸ ਕਿਸਾਨ ਅੰਦੋਲਨ ਵਾਲੇ ਮਾਮਲੇ 'ਚ ਨਹੀਂ ਜਾਣਾ ਚਾਹੁੰਦਾ। ਇਹ ਭਰਮ ਪੈਦਾ ਕਰਤੇ ਗਏ ਜੀ ਐਮਐਸਪੀ ਵੀ ਖਤਮ ਹੋ ਜਾਣੀ ਹੈ, ਮੰਡੀ ਵੀ ਖਤਮ ਹੋ ਜਾਣੀ ਹੈ। ਬਈ ਇਹ ਉਹ ਛੋਟੇ ਕਿਸਾਨ ਵਾਸਤੇ ਸੀ ਜਿਹੜਾ ਵਿਚਾਰਾ ਅੱਜ ਤਰਾਈ ਕਰ ਰਿਹਾ ਹੈ। ਉਹਦਾ 2 ਲੱਖ ਜਾਂ 2.5 ਲੱਖ ਜੇ ਬਚਦਾ ਵੀ ਆ ਉਹਨੂੰ ਸਾਲ ਦਾ, ਤਾਂ ਉਹਦੇ ਕਿੱਥੋਂ ਗੁਜ਼ਾਰਾ ਹੋਣਾ ਚਾਹੀਦਾ। ਬਿਲਕੁਲ। ਹੁਣ ਕੁਦਰਤੀ ਖੇਤੀ ਵੱਲ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਆਖਿਆ ਕਿ ਮੁੜਨਾ ਚਾਹੀਦਾ ਹੈ ਕਿਉਂਕਿ ਪਾਣੀ ਸਾਡਾ ਸਿਰਫ 17 ਸਾਲਾਂ ਦਾ ਰਹਿ ਗਿਆ। ਆਪਾਂ ਰਾਜਨੀਤੀ ਦੀ ਗੱਲ ਲਾਸਟ ਤੇ ਕਰ ਲਈਏ। ਇੱਕ ਜਿਮਨੀ ਚੋਣ ਸੰਗਰੂਰ ਦੀ ਆ ਰਹੀ ਹੈ ਤੇ ਨਗਰ ਨਿਗਮ ਦੀਆਂ ਚੋਣਾਂ ਵੀ ਆ ਰਹੀਆਂ ਨੇ। ਕਿਸੇ ਪਾਰਟੀਆਂ ਨਾਲ ਵੀ ਅਲਾਇੰਸ ਦੀ ਗੱਲ ਚੱਲ ਰਹੀ ਹੈ ਜਾਂ ਬੀਜੇਪੀ ਇਕੱਲੇ ਹੀ ਚੋਣਾਂ ਲੜੇਗੀ? ਨਹੀਂ, ਦੇਖੋ ਇਸ ਤਰ੍ਹਾਂ ਹੈਗਾ, ਸਾਡਾ ਆਲਰੇਡੀ ਸਮਝੌਤਾ ਜਿਹੜਾ ਹੈ ਪਿਛਲੀ ਵਿਧਾਨ ਸਭਾ ਦੇ ਵਿੱਚ PLC ਨਾਲ ਔਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਢੀਂਡਸਾ ਸਾਹਿਬ ਦੀ ਪਾਰਟੀ ਜਿਹੜੀ ਹੈਗੀ ਹੈ ਉਹਦੇ ਨਾਲ ਸਾਡਾ ਚੱਲ ਰਿਹਾ ਹੈਗਾ। ਔਰ ਕੌਣ ਕਿੱਥੇ ਕਿਸ ਤਰ੍ਹਾਂ ਲੜੇਗਾ ਇਹਦੇ ਵਾਸਤੇ ਆਗਾਮੀ ਟਾਈਮ ਦੇ ਵਿੱਚ ਬੈਠ ਕੇ ਤੈਅ ਕਰਾਂਗੇ। ਔਰ ਸਾਡਾ ਇੱਕੋ ਹੀ ਟੀਚਾ ਹੈ, ਉਹ ਹੈਗਾ ਨਵਾਂ ਪੰਜਾਬ ਬਣਾਉਣਾ। ਨਵੇਂ ਪੰਜਾਬ 'ਚ ਬੜਾ ਕੁਝ ਅਸੀਂ ਦੱਸਿਆ ਪਿਛਲੀਆਂ ਵਿਧਾਨ ਸਭਾ 'ਚ। ਬੇਸ਼ੱਕ ਸਾਨੂੰ ਸੇਵਾ ਕਰਨ ਦਾ ਮੌਕਾ ਪੰਜਾਬ ਦੀ ਜਨਤਾ ਨੇ ਨਹੀਂ ਦਿੱਤਾ, ਪਰ ਜਦੋਂ ਵੀ ਸੇਵਾ ਸਾਨੂੰ ਦਿੰਦੀ ਹੈ ਪੰਜਾਬ ਦੀ ਜਨਤਾ, ਪਿਆਰ ਸਤਿਕਾਰ ਦਿੰਦੀ ਹੈ, ਤੇ ਅਸੀਂ ਸਾਡਾ ਜਿਹੜਾ ਟੀਚਾ ਉਹ ਅਸੀਂ ਉਸ ਟੀਚੇ ਤੇ ਕੰਮ ਅਸੀਂ ਹੁਣ ਵੀ ਜਿੰਨਾ ਕਰ ਸਕਦੇ ਹਾਂ ਕਰ ਰਹੇ ਹਾਂ। ਅਸੀਂ ਸਰਕਾਰ ਸੇਵਾ ਅਗਰ ਮਿਲੂਗੀ ਤੇ ਉਸ ਤੱਕ, ਕਿਉਂਕਿ ਉਹਦੇ ਵਿੱਚ ਤੁਸੀਂ ਖੁੱਲ ਕੇ ਕੰਮ ਕਰ ਸਕਦੇ ਆ, ਤੁਹਾਨੂੰ ਆਜ਼ਾਦੀ ਹੈ ਕੰਮ ਕਰਨ ਦੀ। ਹੁਣ ਵੀ ਅਸੀਂ ਕੇਂਦਰ ਸਰਕਾਰ ਦੇ ਮਾਧਿਅਮ ਨਾਲ ਜੋ ਕਰਨਾ ਕਰ ਸਕਦੇ ਹਾਂ ਜ਼ਰੂਰ ਕਰ ਰਹੇ ਹਾਂ, ਪਰ ਮੈਂ ਸਮਝਦਾ ਕਿ ਬਹੁਤ ਕੰਮ ਐਸੇ ਨੇ ਜਿਹੜੇ ਪੰਜਾਬ ਸਰਕਾਰ ਦੀ ਸੇਵਾ ਕਰਨ ਦੇ ਰੂਪ 'ਚ ਕੀਤੇ ਜਾ ਸਕਦੇ ਆ। ਸੋ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਸਭ ਰਲ ਕੇ ਇਸ ਕੰਮ ਵੱਲ ਅੱਗੇ ਵਧਾਂਗੇ। ਸਮਝੌਤੇ ਵਾਲੀ ਜਿਹੜੀ ਗੱਲ ਹੈ ਉਹ ਸਾਡੇ ਕੇਂਦਰ ਦਾ ਨਿਰਣੇ ਹੈਗਾ ਔਰ ਕੇਂਦਰ ਦੀ ਹਾਈ ਕਮਾਂਡ ਜੋ ਸਾਡੀ ਤੈਅ ਕਰੇਗੀ ਅਸੀਂ ਉਹਦੇ ਨਾਲ ਹੈ। ਗਰਮੀ ਵਧਣ ਕਰਕੇ ਬਿਜਲੀ ਦੀ ਜਿਹੜੀ ਹੈ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਪੂਰੇ ਉੱਤਰ ਭਾਰਤ ਦੇ ਵਿੱਚ ਹੀ ਗੱਲ ਕਰ ਲਈਏ ਤਾਂ। ਔਰ ਇਸੇ ਸੰਦਰਭ ਦੇ ਵਿੱਚ ਸਰਕਾਰ ਨੂੰ ਘੇਰਨ ਦੇ ਲਈ ਬੀਜੇਪੀ 5 ਮਈ ਨੂੰ DC ਦਫ਼ਤਰ ਅੱਗੇ ਧਰਨੇ ਦੇਣ ਜਾ ਰਹੀ ਹੈ, ਜਦਕਿ ਇਹ ਸਮੱਸਿਆ ਤਾਂ ਆਲ ਓਵਰ ਇੰਡੀਆ ਦੇ ਵਿੱਚ ਹੈ। ਇਹਦੇ ਸਿਆਸੀ ਡਰਾਮਾ ਕਿਉਂ? ਨਹੀਂ ਜਸਵਿੰਦਰ ਜੀ, ਮੈਨੂੰ ਬਾਕੀ ਸਟੇਟਾਂ ਦਾ ਨਹੀਂ ਪਤਾ। ਸਾਡੀ ਸਟੇਟ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਔਰ ਅਸੀਂ ਉਸ ਸਮੇਂ ਸਰਕਾਰ ਰਿਪੀਟ ਕੀਤੀ ਸੀ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ, ਜਦੋਂ 2012 'ਚ ਸਰਕਾਰ ਰਿਪੀਟ ਹੋਈ ਹੈ ਤੇ ਉਹਦੇ ਵਿੱਚ ਇੱਕ ਅਸੀਂ ਵੱਡੀ ਪ੍ਰਾਪਤੀ ਇਹ ਕੀਤੀ ਸੀ, ਜਿੱਥੇ ਚੌਮੁਖੀ ਪੰਜਾਬ ਦੇ ਅੰਦਰ ਵਿਕਾਸ ਹੋਇਆ, ਉੱਥੇ ਇੱਕ ਪਲੱਸ ਪੁਆਇੰਟ ਇਹ ਸੀਗਾ ਕਿ ਅਸੀਂ ਬਿਜਲੀ 24 ਘੰਟੇ ਕਰਦੇ ਸੀ। ਜੇ ਕੱਟ ਲੱਗਦਾ ਵੀ ਸੀ ਤੇ ਉਹ ਜਾਂ ਤਾਂ ਬਿਜਲੀ ਰਿਪੇਅਰ ਦੇ ਰੂਪ 'ਚ ਲੱਗਦਾ ਸੀ ਜਾਂ ਫਿਰ ਕਿਤੇ ਗਈ 10 ਮਿੰਟ 5 ਮਿੰਟ ਗਈ ਕਿਤੇ। ਤੇ ਹੁਣ ਤਾਂ ਲੰਬੇ ਕੱਟ ਸ਼ੁਰੂ ਹੋ ਗਏ। ਵੀ ਜਦੋਂ ਅਸੀਂ ਪੰਜਾਬ ਨੂੰ 24 ਘੰਟੇ ਇਲੈਕਟ੍ਰਿਸਿਟੀ ਦੇਣ ਵਾਲੀ ਸਟੇਟ ਬਣਾ ਕੇ ਗਏ ਆ ਤੇ ਫਿਰ ਇਹਨਾਂ ਦੀ ਨਲਾਇਕੀ ਹੈ ਕਿ ਅੱਜ
ਦੁਬਾਰਾ ਕੱਟਾਂ ਤੇ ਆ ਗਏ। ਲੇਕਿਨ ਹਰਭਜਨ ਸਿੰਘ ਜਿਹੜੇ ਬਿਜਲੀ ਮੰਤਰੀ ਹੈ ਉਹ ਕਹਿੰਦੇ ਆ ਕਿ ਪਿਛਲੀ ਚੰਨੀ ਸਰਕਾਰ ਕੋਈ ਪ੍ਰਬੰਧ ਨਹੀਂ ਕਰਕੇ ਗਈ ਤੇ ਸਾਨੂੰ ਤਾਂ ਹਜੇ ਮਹੀਨਾ ਹੀ ਹੋਇਆ ਹੈ, ਅਸੀਂ ਬੜੀ ਛੇਤੀ ਇਹਦਾ ਪ੍ਰਬੰਧ ਕਰ ਲਾਂਗੇ ਬਿਜਲੀ ਦਾ। ਨਹੀਂ ਦੇਖੋ, ਉਹਨਾਂ ਨੇ ਤਾਂ ਵਾਅਦਾ ਇਹ ਕੀਤਾ ਸੀ ਕਿ ਤੁਹਾਨੂੰ ਬਿਜਲੀ ਫ੍ਰੀ ਦੇਵਾਂਗੇ। ਉਹਨਾਂ ਦਾ ਵਾਅਦਾ ਤਾਂ ਇਹ ਸੀਗਾ, ਪਹਿਲਾਂ ਤਾਂ ਉਸ ਗੱਲ ਤੇ ਆਣ ਹੋ, ਉਹ ਤਾਂ ਤੁਹਾਡੇ 15 ਲੱਖ ਵਾਲੀ ਗੱਲ ਕਰ ਗਏ। ਨਹੀਂ ਤੁਸੀਂ ਜਸਵਿੰਦਰ ਜੀ ਇੱਕ ਗੱਲ ਸੁਣੋ, ਇਹ ਕੇਵਲ ਜੁਮਲਾ ਹੈ ਔਰ ਉਹਨਾਂ ਨੇ ਫੜਿਆ ਬਿਨਾ ਮਤਲਬ। ਤੁਸੀਂ ਇੱਕ ਵੀ ਜਗ੍ਹਾ ਇਹ ਦਿਖਾ ਦਿਓ ਕਿ ਪ੍ਰਧਾਨ ਮੰਤਰੀ ਜੀ ਨੇ ਕਿਸੇ ਕਿਹਾ ਹੋ ਵੀ ਅਸੀਂ 15 ਲੱਖ ਅਕਾਊਂਟਾਂ 'ਚ ਪਾਵਾਂ। ਉਹਨਾਂ ਦੇ ਸ਼ਬਦ ਮੈਂ ਦੁਬਾਰਾ ਰਿਪੀਟ ਕਰ ਰਿਹਾ ਤੁਹਾਡੇ ਕੈਮਰੇ ਸਾਹਿਬ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਾਹਰਲੇ ਵਿਦੇਸ਼ਾਂ ਦੇ ਅੰਦਰ ਇੰਨਾ ਕਾਲਾ ਧਨ ਪਿਆ, ਅਗਰ ਉਹ ਸਾਰਾ ਵਾਪਸ ਆ ਜਾਏ ਤੇ ਇੱਕ ਵਿਅਕਤੀ ਨੂੰ 15 ਲੱਖ ਰੁਪਏ ਮਿਲ ਸਕਦਾ। ਕੋਈ ਦੇਣ ਦੀ ਗੱਲ ਥੋੜੀ ਕਹੀ। ਤੁਸੀਂ ਆਮ ਆਦਮੀ ਪਾਰਟੀ ਨੂੰ ਨੁਕਤਾ ਦੇਤਾ, ਉਹ ਵੀ ਇਹ ਕਹਿ ਦੇਣਗੇ ਵੀ ਅਸੀਂ ਬਿਜਲੀ ਫ੍ਰੀ ਇਸ ਲਈ ਕਹੀ ਸੀ ਵੀ ਜੇ ਸਾਡੇ ਕੋਲੇ ਪਾਵਰ ਪਲਾਂਟ ਹੋਣਗੇ, ਐਗਰੀਮੈਂਟ ਹੋਣਗੇ ਜਾਂ ਸਾਨੂੰ ਪਾਕਿਸਤਾਨ ਤੋਂ ਬਿਜਲੀ ਆਊਗੀ। ਨਹੀਂ ਉਹ ਚੀਜ਼ਾਂ ਜਿਹੜੀਆਂ ਉਹ ਮੌਜੂਦਾ ਸਥਿਤੀ ਨੂੰ ਦੇਖ ਕੇ ਗਈਆਂ। ਉਹਨਾਂ ਨੇ ਕਮਿਟਮੈਂਟ ਮੈਂ ਤੁਹਾਨੂੰ ਯਾਦ ਕਰਾਣਾ ਕੀ ਕਹੀ ਸੀ। ਉਹਨਾਂ ਨੇ ਕਿਹਾ ਸੀ ਕਿ 300 ਯੂਨਿਟ ਬਿਜਲੀ ਫ੍ਰੀ ਦੇਵਾਂਗੇ। ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ ਮੋਬਾਈਲ 'ਚ ਹੈ। ਤੁਸੀਂ 200 ਯੂਨਿਟ ਕਿਹਾ ਸੀਗਾ, ਅਸੀਂ ਕੁਝ ਨਹੀਂ ਕਿਹਾ ਸੀ। ਅਸੀਂ ਅਕਾਲੀ ਦਲ ਨੇ 200 ਯੂਨਿਟ ਕਿਹਾ, ਅਕਾਲੀ ਦਲ ਨੇ 200 ਕਿਹਾ ਸੀ, ਇਹਨਾਂ ਨੇ 300 ਕਿਹਾ। ਅਸੀਂ ਕਿਹਾ ਸੀ, ਜੋ ਅਸੀਂ ਕਿਹਾ ਸੀ ਉਹ ਵੀ ਮੈਂ ਦੱਸ ਰਿਹਾ। ਅਸੀਂ ਕਿਹਾ ਸੀ 24 ਘੰਟੇ ਬਿਜਲੀ ਦੇਵਾਂਗੇ ਔਰ ਜਿਹੜੇ ਸਾਡੇ ਨਾਲ ਦੇ ਸੂਬੇ ਆ ਉਹਨਾਂ ਨੂੰ ਸਸਤੀ ਬਿਜਲੀ ਦੇਵਾਂਗੇ। ਦੇਖੋ ਬਿਜਲੀ ਆਣੀ ਕਿੱਥੇ ਹੈ ਜਸਵਿੰਦਰ ਜੀ, ਇੱਕ ਗੱਲ ਪਤੇ ਦੀ ਕਰੀਏ ਕਿ ਬਿਜਲੀ ਤਾਂ ਪੈਸੇ ਨਾਲ ਆਣੀ ਹੈ ਨਾ। ਬਿਲਕੁਲ, ਕਿੱਥੋਂ ਫ੍ਰੀ ਦੇ ਦੇਣੀ ਹੈ ਵੀ? ਅਸੀਂ ਕਹਾ ਸੀ 24 ਘੰਟੇ ਬਿਜਲੀ ਦੇਵਾਂਗੇ। ਅੱਜ ਦੇਖੋ ਨਾ, ਪਿੰਡਾਂ 'ਚ ਬਿਜਲੀ ਆਉਂਦੀ ਨਹੀਂ ਹੈਗੀ, ਪਿੰਡਾਂ 'ਚ ਬਿਜਲੀ ਦੀ ਸਪਲਾਈ ਨਹੀਂ ਹੈਗੀ। ਉਹ ਵਿਚਾਰੇ ਕੀ ਕਰਨਗੇ? ਸ਼ਹਿਰਾਂ 'ਚ ਵੀ ਵੱਡੇ ਕੱਟ ਲੱਗ ਰਹੇ ਆ। ਸੁਖਬੀਰ ਸਿੰਘ ਬਾਦਲ ਦੀ ਗੱਲ ਸੱਚ ਹੋ ਗਈ, ਜਿਹੜੇ ਕਹਿੰਦੇ ਸੀ ਜਨਰੇਟਰ ਇਨਵਰਟਰ ਤੁਸੀਂ ਵੇਚਦੇ ਹੋ ਦੁਬਾਰਾ ਲੈ ਲਓ। ਨਹੀਂ ਦੇਖੋ, ਉਹ ਤਾਂ ਹੁਣ ਸਿਆਸੀ ਦਲਾਂ ਦੀ ਗੱਲ ਕਹਿਣ ਦੀ ਹੁੰਦੀ, ਸਾਰੇ ਕਹਿਣਗੇ। ਪਰ ਦੁੱਖ ਦੀ ਗੱਲ ਜਿਹੜੀ ਹੈਗੀ ਹੈ ਕਿ ਅਸੀਂ ਜਦੋਂ 24 ਘੰਟੇ ਸਪਲਾਈ ਵਾਲਾ ਸੂਬਾ ਬਣਾ ਕੇ ਗਏ ਆ ਤੇ ਇਹਨਾਂ ਨੇ ਉਹਦੇ ਵਿੱਚ ਉਹਨੂੰ ਐਡੇ ਲੰਬੇ ਕੱਟਾਂ ਤੇ ਲਿਆਏ, ਤੇ ਮੈਂ ਸਮਝਦਾ ਕਿ ਬਹੁਤ ਵੱਡਾ ਮਾਨ ਸਰਕਾਰ ਦਾ ਫੇਲਰ ਹੈਗਾ। ਔਰ ਜਸਵਿੰਦਰ ਜੀ, ਬੜੇ ਦੁੱਖ ਦੀ ਗੱਲ ਹੈਗੀ ਹੈ। ਦੇਖੋ 7000 ਕਰੋੜ ਦਾ ਕਰਜ਼ਾ ਲੈ ਗਏ, ਵਾਅਦਾ ਕੋਈ ਪੂਰਾ ਕੀਤਾ ਨਹੀਂ, ਕੰਮ ਕੋਈ ਕਰ ਨਹੀਂ ਰਹੇ, ਕੇਵਲ ਰਾਜਨੀਤਿਕ ਸਟੰਟ ਹੈਗੇ, ਕੇਵਲ ਜੋ ਸਟੇਟਮੈਂਟਸ ਦੇ ਰਹੇ ਨੇ। ਹਾਲੇ ਤਾਂ ਉਹਨਾਂ ਨੇ ਸਿਰ 'ਚ ਪੂਣੀ ਵੀ ਨਹੀਂ ਕੀਤੀ, ਤੁਸੀਂ ਅੱਜ ਹੀ 1 ਮਹੀਨੇ ਬਾਅਦ ਸਰਟੀਫਿਕੇਟ ਦੇ ਰਹੇ ਹੋ। ਹਾਲੇ ਸਮਾਂ ਦੇਣਾ ਨਹੀਂ ਚਾਹੀਦਾ ਸਾਨੂੰ? ਨਹੀਂ ਬਿਲਕੁਲ ਸਾਨੂੰ ਦੇਣਾ ਚਾਹੀਦਾ, ਪਰ ਉਹਨਾਂ ਨੇ ਕੰਮ ਏਦਾਂ ਦੇ ਕੀਤੇ ਆ। ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੋਵੇਗਾ ਕਿ ਮੁੱਖ ਮੰਤਰੀ ਦੇ ਬਣਨ ਤੋਂ 5 ਦਿਨ ਬਾਅਦ ਉਹਦੇ ਘਰ ਦੇ ਕੋਠੀ ਦੇ ਬਾਹਰ ਕੋਈ ਧਰਨੇ ਤੇ ਬਹਿ ਗਿਆ ਹੋ। ਇਹ ਤੁਸੀਂ ਪੰਜਾਬ ਦਾ ਇਤਿਹਾਸ ਕੱਢ ਕੇ ਦੇਖ ਲਓ, ਜਿੰਨੇ ਵੀ ਮੁੱਖ ਮੰਤਰੀ ਬਣੇ ਆ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਕਿਤੇ ਐਜੀਟੇਸ਼ਨ ਸਾਲ ਬਾਅਦ ਸ਼ੁਰੂ ਹੋਈ ਹੋਏਗੀ, ਕਿਤੇ 8 ਮਹੀਨੇ ਬਾਅਦ ਸ਼ੁਰੂ ਹੋਊਗੀ, ਕਿਤੇ 6 ਮਹੀਨੇ ਬਾਅਦ ਹੋਈ ਹੋਏਗੀ, ਕਿਤੇ 2 ਸਾਲ ਬਾਅਦ ਹੋਈ ਹੋਏਗੀ। ਇਹ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੈ ਜਿਹਦੇ ਮੁੱਖ ਮੰਤਰੀ ਤੋਂ ਬਣਨ ਤੋਂ 2 ਦਿਨ ਬਾਅਦ ਹੀ, ਕਿਉਂਕਿ ਇਹਨਾਂ ਨੇ ਜਦੋਂ ਵੀ ਕੋਈ ਗੱਲ ਕੀਤੀ ਇਹਨਾਂ ਨੇ ਇੱਕੋ ਹੀ ਗੱਲ ਕਹੀ कि जी सरकार बनते ही सबसे पहले पेन उठा के ये काम करूंगा, सबसे पहले पेन उठा के ये काम करूंगा, सबसे पहले जिन्होंने बेअदबी किया उनको सजा दे देंगे, सबसे पहले 1000 रुपया जो 18 साल की ऊपर की महिलाएं हैं उनको देना चालू कर देंगे, जुलाई से दे रहे हैं, सभी के घरों को 300 यूनिट बिजली फ्री कर देंगे, बेरोजगारों को नौकरी दे देंगे। ये पहले पेन लभदे हैं। तो ਅੱਜ ਪੈਨ ਤੁਹਾਡੇ ਤੋਂ ਮੰਗਣ ਗਏ ਤਾਂ ਸੀ ਨਹੀਂ ਸਾਡੇ ਪੀਐਮ ਸਾਹਿਬ ਤੋਂ ਬਈ ਉਹ ਪੈਨ ਨਾਲ ਮੋਦੀ ਸਾਹਿਬ ਪੂਰੇ ਦੇਸ਼ ਤੇ ਬੜਾ ਕੰਮ ਕਰ ਰਹੇ। ਉਹ ਪੈਨ ਜਿਹੜਾ ਹੈਗਾ ਉਹ ਕੇਵਲ ਐਸਾ ਪੈਨ ਨਹੀਂ ਹੈਗਾ, ਉਹ ਐਸਾ ਪੈਨ ਹੈ ਜਿਹੜਾ ਬਾਕੀ ਜ਼ਮੀਨ ਤੇ ਉਤਰ ਕੇ ਕੁਝ ਕੰਮ ਕਰ ਰਿਹਾ ਜੀ। ਚਾਹੇ ਉਹ ਕਿਸਾਨ ਸਨਮਾਨ ਨਿਧੀ ਹੋਵੇ, ਚਾਹੇ ਉਹ ਸਵੱਛ ਭਾਰਤ ਯੋਜਨਾ ਹੋਵੇ, ਚਾਹੇ ਉਹ ਗਰੀਬ ਕਲਿਆਣ ਅੰਨ ਯੋਜਨਾ ਹੋਵੇ, ਚਾਹੇ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਹੋਵੇ, ਚਾਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋਵੇ, ਕਿੰਨੇ ਲੋਕਾਂ ਨੂੰ ਘਰ ਮਿਲ ਗਏ। ਬਿਲਕੁਲ ਗੁਪਤਾ ਜੀ, ਲਾਸਟ ਵਿੱਚ ਮੈਂ ਕੋਈ ਗੱਲ ਰਹਿ ਗਿਆ ਹੋਵੇ ਤੁਹਾਡੇ ਤੋਂ ਪੁੱਛਣੀ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ? ਦੇਖੋ ਮੈਂ ਤਾਂ ਇੱਕੋ ਗੱਲ ਤੁਹਾਡੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਹੈ ਕਿ ਪੰਜਾਬ ਜਿਹੜਾ ਸਾਡਾ ਉਹ ਬਹੁਤ ਜਿਹੜਾ ਹੈ ਉਹ ਇਸ ਟਾਈਮ ਘਿਰ ਚੁੱਕਿਆ ਹੈ ਔਰ ਸਾਡੇ ਪੰਜਾਬ ਦੀ ਤਰਸੱਦੀ ਹੈ ਕਿ ਅੱਜ ਪੰਜਾਬ ਨੂੰ ਉਹਨਾਂ ਲੋਕਾਂ ਦੀ ਜ਼ਰੂਰਤ ਹੈ ਜਿਹੜੀ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਔਰ ਪੰਜਾਬੀਆਂ ਦੇ ਨਾਲ ਉਦਾਂ ਦੀ ਕਮਿਟਮੈਂਟ ਕਰਨ ਜਿਹਦੇ ਪੰਜਾਬੀ ਵਿਸ਼ਵਾਸ ਕਰਨ। ਅੱਜ ਐਸੇ ਲੋਕਾਂ ਦੀ ਜ਼ਰੂਰਤ ਨਹੀਂ ਜਿਹੜੇ ਕੇਵਲ ਝੂਠੇ ਔਰ ਖੋਖਲੇ ਵਾਅਦੇ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦੇ ਨੇ। ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਅੰਦੋਲਨ ਵੀ ਚੱਲੇ ਔਰ ਅੰਦੋਲਨ ਦੇ ਵਿੱਚ ਮੇਜਰ ਕਾਰਨ ਇਹ ਹੈ ਕਿ ਨੌਜਵਾਨ ਫਰਸਟਡ ਹੋ ਗਿਆ ਰਾਜਨੀਤਿਕ ਪਾਰਟੀਆਂ ਤੋਂ। ਸੋ ਮੈਂ ਸਮਝਦਾ ਹੈ ਕਿ ਤੁਸੀਂ ਆਲੰਕਣ ਕਰੋ, ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਂਚੋ ਪਰਖੋ ਕਿ ਕਿਹੜੀ ਪਾਰਟੀ ਦੇ ਨੇਤਾ ਨੇ ਜਿਹੜੇ ਸਹੀ ਲਾਈਨ ਤੇ ਗੱਲ ਕਰਦੇ ਨੇ, ਕਿਹੜੀ ਪਾਰਟੀ ਦੇ ਨੇਤਾ ਨੇ ਜਿਹੜੇ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਚਾਹੁੰਦੇ ਨੇ। ਅੱਜ ਉਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਸੋ ਮੈਂ ਇਹੀ ਤੁਹਾਡੇ ਦਰਸ਼ਕਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ ਕਿ ਜ਼ਰੂਰ ਸੱਚ ਔਰ ਝੂਠ ਦਾ
ਨਿਰਣੇ ਜ਼ਰੂਰ ਕਰੋ। ਜੀ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਔਰ ਮੋਦੀ ਸਾਹਿਬ ਬਾਰੇ ਭਰਮ ਪੈਦਾ ਕਰਦੇ ਨੇ ਉਹਨੂੰ ਇੱਕ ਵਾਰੀ ਵਿਚਾਰ ਜ਼ਰੂਰ ਲਓ। ਇੱਕ ਵਾਰੀ ਤੁਸੀਂ ਇਸ ਗੱਲ ਨੂੰ ਜ਼ਰੂਰ ਵਿਚਾਰ ਲਓ ਵਿੱਚ ਸੱਚਾਈ ਕਿੰਨੀ ਹੈ, ਝੂਠ ਕਿੰਨਾ ਹੈ। ਜੀ ਸੋ ਇਹਨੇ ਜੀਵਨ ਗੁਪਤਾ ਬੀਜੇਪੀ ਦੇ ਜਨਰਲ ਸਕੱਤਰ ਔਰ ਪੰਜਾਬ ਦੇ ਇੰਚਾਰਜ ਔਰ ਪਿਛਲੇ ਦਿਨੀ ਪੰਜਾਬ ਦੀਆਂ ਜਿਹੜੀਆਂ ਸਰਗਰਮੀਆਂ ਨਗਰ ਨਿਗਮ ਚੋਣਾਂ ਸੰਬੰਧੀ ਜਾਂ ਸੰਗਰੂਰ ਇਲੈਕਸ਼ਨ ਸੰਬੰਧੀ ਜਾਂ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਲਾਲ ਕਿਲ੍ਹੇ ਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਤਾਬਦੀ ਸਮਾਗਮ ਬਣਾਇਆ ਉਸ ਸੰਬੰਧੀ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਸੰਬੰਧੀ ਅਸੀਂ ਖੁੱਲ੍ਹ ਕੇ ਚਰਚਾ ਕੀਤੀ ਹੈ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ TV।